ਹੈਲੋ ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਗੱਲ ਕਰਨੀ ਹੈਗੀ ਆ ਆਇਲਸ ਰਾਈਟਿੰਗ ਦੀ। ਰਾਈਟਿੰਗ ਟਾਸਕ 2 ਆਪਣੇ ਕੋਲੇ, ਠੀਕ ਆ। ਤਾਂ ਅੱਜ ਆਪਾਂ ਇਸ ਇੱਕ ਵੀਡੀਓ ਦੇ ਵਿੱਚ ਹਰ ਇੱਕ ਜਿਹੜਾ ਵੀ ਆਪਣੇ ਕੋਲੇ ਐਸੇ ਟਾਈਪ ਹੁੰਦੀ ਆ ਉਹਦੀ ਗੱਲ ਕਰਾਂਗੇ, ਠੀਕ ਆ। ਤੇ ਕਿਸ ਤਰੀਕੇ ਨਾਲ ਤੁਸੀਂ ਜਿਹੜੀ 7+ ਆਪਣੀ ਰਾਈਟਿੰਗ ਲਿਆ ਸਕਦੇ ਹੋ, ਟਿਪਸ ਐਂਡ ਟ੍ਰਿਕਸ ਦੀ ਗੱਲ ਕਰਾਂਗੇ, ਠੀਕ ਆ। ਤਾਂ ਆਪਾਂ ਜਿਹੜੀ ਅੱਜ ਵੀਡੀਓ ਥੋੜੀ ਜਿਹੀ ਲੈਂਥੀ ਹੋ ਸਕਦੀ ਆ, ਬਟ ਜਿਹੜੀ ਸਾਰੀ ਰਾਈਟਿੰਗ ਦੀ ਪ੍ਰੋਬਲਮ ਉਹ ਅੱਜ ਆਪਾਂ ਇੱਕ ਹੀ ਵੀਡੀਓ ਦੇ ਵਿੱਚ ਸੋਲਵ ਕਰਾਂਗੇ, ਠੀਕ ਆ। ਅਤੇ ਫਸਟ ਆਫ ਆਲ ਮੈਂ ਦੱਸਦਾ ਜਿਹੜੀ ਅੱਜ ਆਪਾਂ ਸਟੇਟਮੈਂਟ ਲਈ ਹੈ, ਜਿਹਤੇ ਜਿੱਦਾਂ ਕਿ ਆਪਾਂ ਐਸੇ ਸਿੰਪਲ ਆਂਸਰ ਤੁਹਾਨੂੰ ਜਿਹੜਾ ਸ਼ੋ ਕਰੂੰਗੀ ਹੈ ਨਾ। ਤਾਂ ਉਹ ਇੱਕ ਜਿਹੜਾ ਸਟੂਡੈਂਟ ਨੇ ਦੱਸਿਆ ਸੀਗਾ ਕਿ ਉਹਨਾਂ ਨੇ ਜਦੋਂ ਇਹ ਵਾਲੀ ਸਟੇਟਮੈਂਟ 'ਤੇ ਐਸੇ ਲਿਖਿਆ ਸੀਗਾ ਤਾਂ ਉਹਨਾਂ ਨੂੰ ਥੋੜ੍ਹੀ ਪ੍ਰੋਬਲਮ ਫੇਸ ਕਰਨੀ ਪਈ, ਕਿਉਂਕਿ ਐਗਜ਼ਾਮਪਲ ਐਂਡ ਜਿਹੜੇ ਆਈਡੀਆ ਸੀਗੇ ਉਹ ਜਨਰੇਟ ਨਹੀਂ ਹੋ ਰਹੇ ਸੀ, ਠੀਕ ਆ। ਤਾਂ ਇਸ ਕਰਕੇ ਤਾਂ ਜਿਹੜੀ ਅੱਜ ਦੀ ਹੈਗੀ ਆ ਆਪਣੇ ਕੋਲ ਸਟੇਟਮੈਂਟ ਉਹ ਸਿੰਪਲ ਹੈਗੀ ਆ, ਬਟ ਥੋੜ੍ਹੀ ਜਿਹੀ ਨਾ ਆਈਡੀਆਜ਼ ਦੇ ਮਤਲਬ ਕਿ ਸੀਗਾ ਕਿਸੇ ਬੱਚੇ ਦਾ, ਅਤੇ ਤਾਂ ਕਰਕੇ ਮੈਂ ਜਿਹੜਾ ਇਹਦੇ 'ਤੇ ਵੀਡੀਓ ਬਣਾਈ ਆ। ਅਤੇ ਕਾਫੀ ਬੱਚਿਆਂ ਦੇ ਜਿਹੜੇ ਆ ਰਹੇ ਸੀ, ਕਿਸੇ ਨੂੰ ਐਗਜ਼ਾਮਪਲ ਦੇਣ 'ਚ ਕੋਈ ਪ੍ਰੋਬਲਮ ਆ, ਕਿਸੇ ਨੂੰ ਆਈਡੀਆਜ਼ ਦੇ ਵਿੱਚ, ਹੈ ਨਾ। ਅਤੇ ਅੱਜ ਆਪਾਂ ਹਰ ਇੱਕ ਗੱਲ ਕਰਾਂਗੇ ਰਾਈਟਿੰਗ ਨਾਲ ਰਿਲੇਟਡ, ਠੀਕ ਆ। ਤਾਂ ਫਸਟ ਆਫ ਆਲ ਦੇਖ ਲਈਏ ਆਪਣੇ ਕੋਲ ਜਿਹੜੀ ਅੱਜ ਦੀ ਸਟੇਟਮੈਂਟ ਕੀ ਆ। ਹੈਲਥ ਐਕਸਪਰਟਸ ਬਲੀਵ ਦੈਟ ਵਾਕਿੰਗ ਇਜ਼ ਗੁੱਡ ਐਕਸਰਸਾਈਜ਼ ਫॉर ਹੈਲਥ, ਠੀਕ ਆ। ਅਤੇ ਕੁਝ ਜਿਹੜੇ ਹੈਲਥ ਐਕਸਪਰਟ ਆ ਉਹ ਇਹ ਵਿਸ਼ਵਾਸ ਕਰਦੇ ਹੈਗੇ ਆ ਕਿ ਜਿਹੜੀ ਵਾਕਿੰਗ ਆ, ਠੀਕ ਆ, ਉਹ ਇੱਕ ਗੁੱਡ ਐਕਸਰਸਾਈਜ਼ ਆ ਹੈਲਥ ਦੇ ਲਈ, ਠੀਕ ਆ, ਸਿਹਤ ਦੇ ਲਈ। ਹਾਊ ਐਵਰ ਪੀਪਲ ਆਰ ਵਾਕਿੰਗ ਲੈਸ ਨਾਓ ਡੇਜ਼, ਤਾਂ ਉਹਨਾਂ ਨੇ ਇੱਕ ਕਨੈਕਟਰ ਯੂਜ਼ ਕੀਤਾ ਹਾਊ ਐਵਰ, ਠੀਕ ਆ, ਮਤਲਬ ਟ੍ਰੈਂਡ ਚੇਂਜ ਹੋ ਰਿਹਾ। ਪੀਪਲ ਆਰ ਵਾਕਿੰਗ ਲੈਸ, ਤਾਂ ਉਹ ਕੀ ਕਹਿੰਦੇ, ਲੋਕ ਜਿਹੜੇ ਅੱਜ ਕੱਲ੍ਹ ਬਹੁਤ ਜ਼ਿਆਦਾ ਘੱਟ ਵਾਕ ਕਰਦੇ ਆ, ਠੀਕ ਆ। ਵਾਈ ਇਜ਼ ਦਿਸ ਹੈਪਨਿੰਗ, ਹਾਊ ਕੈਨ ਪੀਪਲ ਬੀ ਇਨਕਰੇਜ ਟੂ ਵਾਕ ਮੋਰ, ਠੀਕ ਆ। ਵਾਈ ਇਜ਼ ਦਿਸ ਰੀਜ਼ਨ ਦੱਸਣਾ, ਠੀਕ ਆ ਤੁਸੀਂ। ਅਤੇ ਤੁਸੀਂ ਕਿੱਦਾਂ ਇਨਕਰੇਜ ਕੀ ਸੋਲਿਊਸ਼ਨ, ਲਾਈਕ ਆਪਣੇ ਕੋਲ ਐਸੇ ਕੀ ਆ, ਰੀਜ਼ਨ ਸੋਲਿਊਸ਼ਨ ਟਾਈਪ ਹੈਗੀ ਹੈ, ਠੀਕ ਆ। ਤਾਂ ਉਹਦੇ ਲਈ ਜਿਹੜਾ ਆਪਾਂ ਐਸੇ ਦੀ ਗੱਲ ਕਰਦੇ ਹੈਗੇ ਆ, ਦੇਖਦੇ ਹਾਂ ਅੱਜ ਕੀ ਕੀ ਕਰਨਾ। ਤਾਂ ਫਸਟ ਆਫ ਆਲ ਤੁਹਾਡੇ ਕੋਲ ਜਿਹੜੇ ਸਕਰੀਨ 'ਤੇ ਕੁਛ ਕਨੈਕਟਰਸ ਜਿਹੜੇ ਹੈਗੇ ਉਹ ਸ਼ੋ ਹੋ ਰਹੇ ਆ। ਤਾਂ ਦੇਖੋ ਪਹਿਲਾਂ ਕੀ ਆਪਣੇ ਕੋਲੇ ਰੀਜ਼ਨ ਐਂਡ ਸੋਲਿਊਸ਼ਨ ਆ। ਤਾਂ ਇਸ ਲਈ ਇਨ ਟਰਮਸ ਆਫ ਰੀਜ਼ਨ, ਜਦੋਂ ਤੁਸੀਂ BP1 ਦੇ ਵਿੱਚ ਰੀਜ਼ਨ ਮੈਂਸ਼ਨ ਕਰੋਗੇ ਤਾਂ ਉਦੋਂ ਤੁਸੀਂ ਜਿਹੜਾ ਕਨੈਕਟਰ ਯੂਜ਼ ਕਰ ਸਕਦੇ ਇਨ ਟਰਮ ਆਫ ਰੀਜ਼ਨ, ਠੀਕ ਆ। ਤਾਂ ਜਦੋਂ ਤੁਸੀਂ ਇਲੈਬੋਰੇਸ਼ਨ ਕਰਦੇ ਹੁੰਦੇ ਹੋ ਉਦੋਂ ਤੁਸੀਂ ਟੂ ਇਲੈਬੋਰੇਟਡ, ਫਿਰ ਫੋਰ ਇੰਸਟਾਂਸ ਐਗਜ਼ਾਮਪਲ ਦੇ ਲਈ, ਐਜ਼ ਅ ਰਿਜ਼ਲਟ ਜਦੋਂ ਤੁਸੀਂ ਰਿਜ਼ਲਟ ਕਰਦੇ ਹੋ। ਤਾਂ ਇਸ ਤਰੀਕੇ ਨਾਲ ਜਿਹੜੇ ਤੁਸੀਂ ਕਨੈਕਟਰ BP1 ਦੇ ਵਿੱਚ ਯੂਜ਼ ਕਰ ਲਏ ਉਹ ਤੁਸੀਂ BP2 ਦੇ ਵਿੱਚ ਨਹੀਂ ਕਰ ਸਕਦੇ। ਤਾਂ ਉਹਦੇ ਲਈ ਇੱਕ ਵੱਖਰੇ, ਠੀਕ ਆ। ਹਾਊ ਐਵਰ ਟੂ ਐਕਸਪਲੇਨ ਇਟ, ਫੋਰ ਐਗਜ਼ਾਮਪਲ ਐਂਡ ਹੈਂਸ, ਠੀਕ ਆ। ਇਹ ਆਪਣੇ BP2 ਲਈ ਆ। ਅਤੇ ਇੱਥੇ ਆਪਣੇ ਕੋਲ ਜਿਹੜੇ ਦੋ ਕਨੈਕਟਰ ਨੀਚੇ ਸ਼ੋ ਹੋ ਰਹੇ ਆ, ਇਨ ਐਡੀਸ਼ਨ ਐਂਡ ਅਪਾਰਟ ਫਰੋਮ ਦਿਸ। ਤਾਂ ਅੱਜ ਇਹਨਾਂ ਦਾ ਤੁਹਾਨੂੰ ਯੂਜ਼ ਦੱਸੂਗੀ ਕਿੱਦਾਂ ਕਰੀਦਾ, ਠੀਕ ਆ, ਅਤੇ ਕਿਸ ਐਸੇ ਦੇ ਵਿੱਚ ਕਰੀਦਾ। ਤਾਂ ਉਹ ਜਿਹੜੀ ਸਾਰੀ ਮੈਂ ਗੱਲ ਕਰਦੀ ਹੈਗੀ ਹਾਂ। ਤਾਂ ਆਪਾਂ ਸਟਾਰਟਿੰਗ ਕਰਦੇ ਹੈਗੇ ਹਾਂ। ਤਾਂ ਆਪਣੇ ਕੋਲ ਜਿਹੜੀਆਂ ਐਸੇ ਦੀਆਂ ਨੀਡਸ ਦੀ ਗੱਲ ਕਰ ਲਈਏ ਕਿ ਕੀ ਜਦੋਂ ਆਪਾਂ ਐਸੇ ਨੂੰ 7+ ਲੈ ਕੇ ਜਾਂਦੇ ਹਾਂ। ਦੇਖੋ ਕਦੇ ਵੀ ਇਹ ਨਾ ਟਰਾਈ ਕਰੋ ਕਿ ਤੁਸੀਂ ਜਿਹੜੀ ਆਪਣੀ ਰਾਈਟਿੰਗ ਉਹ 6 ਤੱਕ ਹੀ ਐਗਜ਼ਾਮ 'ਚ ਲੈ ਕੇ ਜਾਣੀ ਹੈ। ਦੇਖੋ ਜੇ ਤੁਹਾਡੇ 6 ਆ ਰਹੇ ਹੈਗੇ ਆ ਤਾਂ ਇਹ ਮੰਨ ਕੇ ਚੱਲੋ ਕਿ 5.5 ਦੀ ਹੈ ਤੁਹਾਡੀ ਰਾਈਟਿੰਗ, ਠੀਕ ਹੈ। ਜੇ ਤੁਸੀਂ ਮਤਲਬ ਕਿ ਆਮ ਤੁਹਾਨੂੰ ਪਤਾ ਲੱਗ ਰਿਹਾ, ਜਾਂ ਤੁਹਾਡਾ ਟੀਚਰ ਜਿਹੜਾ ਤੁਹਾਨੂੰ ਜਿੱਥੇ ਤੁਸੀਂ ਕੋਚਿੰਗ ਲੈ ਰਹੇ ਸੁਜੈਸਟ ਕਰ ਰਿਹਾ ਕਿ ਹਾਂਜੀ 6 ਤੱਕ ਤੁਹਾਡੀ ਰਾਈਟਿੰਗ ਹੈਗੀ ਆ, ਠੀਕ ਆ, ਤਾਂ ਤੁਸੀਂ ਇਹ ਚੱਲੋ ਕਿ 5.5 ਤੇ ਆ ਤੁਹਾਡੀ, ਠੀਕ ਆ। ਤਾਂ ਇਸੇ ਕਰਕੇ ਤੁਸੀਂ ਆਪਣਾ ਕੋਸ਼ਿਸ਼ ਕਰੋ ਕਿ ਜਿਹੜੀ ਤੁਸੀਂ 7+ ਆਪਣੀ ਰਾਈਟਿੰਗ ਜਿਹੜੀ ਹੈਗੀ ਆ ਉਹ ਤੁਸੀਂ ਲੈ ਕੇ ਜਾਓ। ਜਦੋਂ ਤੁਹਾਡੀ ਰਾਈਟਿੰਗ 7+ ਹੋਗੀ ਤਾਂ ਤੁਸੀਂ ਇਹ ਚੱਲ ਕੇ ਚੱਲੋ ਵੀ ਥੋੜੀ 6.5 ਜਾਂ 7 ਤੱਕ, ਜਦੋਂ 7+ ਹੋਈ 7 ਤੱਕ ਆਰਾਮ ਨਾਲ ਆ ਜਾਣਗੇ, ਠੀਕ ਆ। ਤੇ ਇਹ ਜੇ ਥੋੜੇ ਵਧੀਆ ਸਕੋਰ ਆ ਰਹੇ ਤਾਂ ਤੁਹਾਡਾ ਓਵਰਆਲ ਵੀ ਬਹੁਤ ਜ਼ਿਆਦਾ ਫਰਕ ਪੈਂਦਾ। ਦੇਖੋ ਜੇ ਹੁਣ 6 ਦੀ ਤੁਸੀਂ ਲੈ ਕੇ ਚੱਲ ਰਹੇ ਹੋ, ਬਾਈ ਚਾਂਸ ਕਈ ਵਾਰੀ ਇੱਦਾਂ ਹੋ ਗਿਆ ਤੁਹਾਨੂੰ ਆਈਡੀਆਜ਼ ਨਹੀਂ ਟਾਈਮ 'ਤੇ ਇਫੈਕਟਿਵ ਆਏ, ਹੈ ਨਾ, ਜਾਂ ਤੁਸੀਂ ਕੁਛ ਚੀਜ਼ ਜਿਹੜੀ ਸਕਿਪ ਹੋ ਜਾਂਦੀ। ਕਈ ਵਾਰੀ ਇੰਨਾ ਐਗਜ਼ਾਮ ਦਾ ਪ੍ਰੈਸ਼ਰ ਹੁੰਦਾ, ਜਿੱਦਾਂ ਹੁਣ ਤੁਸੀਂ ਆਪਾਂ ਜਿਹੜਾ BP1 ਦੇ ਵਿੱਚ ਐਡ ਕਰਦੇ ਹੁੰਦੇ ਹਾਂ ਨਾ, ਇਲੈਬੋਰੇਸ਼ਨ, ਟਾਸਕ ਸਟੇਟਮੈਂਟ ਅਤੇ ਐਗਜ਼ਾਮਪਲ ਐਡ ਕਰਦੇ। ਮੰਨ ਲਓ ਤੁਹਾਡੇ ਕੋਲ ਐਗਜ਼ਾਮਪਲ ਹੀ ਰਹਿ ਗਈ, ਹੈ ਨਾ, ਤਾਂ ਉਹ ਜਾਂ ਫਿਰ ਤੁਹਾਡੇ ਕੋਲ BP ਦੀ ਲੈਂਥ, ਜਾਂ ਫਿਰ ਤੁਹਾਡਾ ਕੋਈ ਲੈਂਥ ਦੀ ਕੋਈ ਪ੍ਰੋਬਲਮ ਆ ਗਈ, ਤਾਂ ਉਹ ਤੁਹਾਡਾ ਜਿਹੜਾ ਹਾਫ ਬੈਂਡ ਆਰਾਮ ਨਾਲ ਜਿਹੜਾ ਘਟਾ ਦਿੰਦੀ ਹੈਗੀ ਆ। ਅਤੇ ਇਸ ਲਈ ਤੁਸੀਂ ਕੋਸ਼ਿਸ਼ ਕਰੋ ਕਿ ਆਪਣੀ 7 ਤੱਕ ਲੈ ਕੇ ਜਾਓ, ਤਾਂ ਜੋ ਤੁਸੀਂ 6.5 ਬੜੇ ਈਜ਼ੀਲੀ ਲੈ ਕੇ ਜਾਓ ਅਤੇ ਤੁਹਾਡਾ ਰਿਕੁਆਇਰਮੈਂਟ ਘਟਣ ਦੀ ਤਾਂ ਕੋਈ ਨੌਬਤ ਨਾ ਆਵੇ, ਠੀਕ ਆ। ਤਾਂ ਮੇਨਲੀ ਆਪਣੇ ਕੋਲ ਕੀ ਗੱਲ ਹੈਗੀ ਆ, ਕੰਪਲੈਕਸ ਸੈਂਟੈਂਸ, ਐਕਟਿਵ ਪੈਸਿਵ ਵੋਇਸ, ਵੋਕੈਬ ਐਂਡ ਕਨੈਕਟਰਸ, ਜਿਹੜੀਆਂ ਇਹ 4 ਥਿੰਗਸ ਆ ਉਹ ਆਪਣੀ ਜਿਹੜੀਆਂ ਮੇਨ ਨੀਡਸ ਹੈਗੀਆਂ ਐਸੇ ਦੀ। ਜਦੋਂ ਵੀ ਤੁਸੀਂ ਐਸੇ ਰਾਈਟ ਕਰਨਾ ਤਾਂ ਇਹ ਤੁਸੀਂ ਮਾਈਂਡ ਵਿੱਚ ਰੱਖਣਾ ਕਿ ਚਾਰੋਂ ਚੀਜ਼ਾਂ ਤੁਹਾਡੀਆਂ ਕਵਰ ਹੋਣੀਆਂ ਚਾਹੀਦੀਆਂ ਐਸੇ ਦੇ ਵਿੱਚ, ਠੀਕ ਆ। ਕਦੇ ਵੀ ਐਸੇ ਦੀਆਂ ਉਹ ਚੀਜ਼ਾਂ ਨਾਲ ਨੋਟ ਕਰੋ ਵੀ ਤੁਹਾਡਾ ਜਿੱਦਾਂ ਹੈ ਨਾ ਆਪਣੇ ਕੋਲ ਹੁੰਦਾ ਵੀ ਮੇਰੀ ਕੀ ਗਲਤੀ ਹੈਗੀ, ਕਿ ਤੁਸੀਂ ਇਹ ਚੀਜ਼ ਵੇਖੋ ਵੀ ਮੈਂ ਇਹ ਐਡ ਕਰ ਰਿਹਾ ਹੈਗਾ, ਕੰਪਲੈਕਸ ਸੈਂਟੈਂਸ ਐਡ ਹੋ ਰਿਹਾ ਮੇਰੇ ਤੋਂ, ਪੈਸਿਵ ਵੋਇਸ ਮੈਂ ਐਡ ਕਰ ਰਿਹਾ, ਵੋਕੈਬ, ਕਨੈਕਟਰ ਸਾਰਾ ਜਿਹੜਾ ਕਵਰ ਕਰ ਰਿਹਾ। ਬਸ ਇਹ ਚੀਜ਼ ਦੇਖੋ, ਜੇ ਤੁਸੀਂ ਇਹ 4 ਚੀਜ਼ ਜਿਹੜੀਆਂ ਕਵਰ ਕਰਦੇ ਆ, ਪਲੱਸ ਇੱਕ ਤੁਸੀਂ ਪ੍ਰੋਪਰ ਜਿਹੜਾ ਐਸੇ ਹੈਗਾ ਔਰਗੇਨਾਈਜ਼ ਕਰਦੇ ਆ, ਤਾਂ ਤੁਹਾਡੇ 7+ ਬੜੇ ਈਜ਼ੀਲੀ ਜਾ ਬਣਦੇ ਆ, ਠੀਕ ਆ। ਤਾਂ ਹੁਣ ਆਪਣੇ ਕੋਲ ਜਿਹੜੇ 4 ਇਹ ਹੋ ਗਏ। ਉਸ ਤੋਂ ਬਾਅਦ ਥੋੜਾ ਲਿਟਲ ਬਿਟ ਆਪਾਂ ਸਮਝ ਲਈਏ ਐਸੇ ਦੇ ਸਟਰਕਚਰ ਬਾਰੇ, ਠੀਕ ਹੈ। ਐਸੇ ਸਟਰਕਚਰ ਕੀ ਆ, ਪਹਿਲਾਂ ਆਪਣੇ ਕੋਲ ਹੁੰਦੀ ਹੈ ਇੰਟਰੋ, ਅਤੇ ਇੰਟਰੋ ਦੇ ਵਿੱਚ ਕੀ ਹੁੰਦਾ, ਰੀਫਰੇਸ ਪਲੱਸ ਥੀਸਿਸ ਲਾਈਨ, ਠੀਕ ਹੈ। ਜੇ ਤੁਸੀਂ ਰੀਫਰੇਸ ਜਿਹੜੀ ਵਰਡ ਟੂ ਵਰਡ ਕਰਦੇ ਆ, ਠੀਕ ਹੈ, ਜਿੱਦਾਂ ਇੱਕ ਵਰਡ ਆ ਉਹਦਾ ਤੁਸੀਂ ਕਨਵਰਟ ਕਰਤਾ ਹੋਰ ਦੇ ਵਿੱਚ, ਠੀਕ ਆ। ਤਾਂ ਉਸ ਤਰੀਕੇ ਨਾਲ ਕਰ ਰਹੇ ਆ ਤਾਂ ਤੁਹਾਡੇ ਜਿਹੜੇ ਐਟਲੀਸਟ ਜਿਹੜੇ 6 ਬੈਂਡ ਆ ਸਕਦੇ ਆ, ਠੀਕ ਆ, 6। ਅਤੇ ਜੇ ਤੁਸੀਂ ਗੱਲ ਕਰ ਰਹੇ ਸੈਂਟੈਂਸ ਟੂ ਸੈਂਟੈਂਸ, ਜੇ ਤੁਸੀਂ ਰੀਫਰੇਸ ਕਿੱਦਾਂ, ਜਿੱਦਾਂ ਹੁਣ ਸਟੇਟਮੈਂਟ ਦਾ ਇੱਕ ਸੈਂਟੈਂਸ ਲਿਆ ਉਹਨੂੰ ਇੱਕ ਨਾਲ ਕਨਵਰਟ ਕਰਤਾ, ਤਾਂ ਉਹ ਤੁਹਾਡੀ 7+ ਜਾਊਗੀ। ਤਾਂ ਮੈਂ ਤੁਹਾਨੂੰ ਉਹ ਦੱਸੂਗੀ, ਤੁਹਾਨੂੰ 7+ ਜਿਹੜਾ ਅੱਜ ਸਟਰਕਚਰ ਆ ਉਹ ਦੱਸੂਗੀ, ਠੀਕ ਆ। ਤਾਂ ਉਸ ਤੋਂ ਬਾਅਦ ਥੀਸਿਸ ਲਾਈਨ ਦਾ ਕੀ ਕੰਮ ਹੁੰਦਾ, ਥੀਸਿਸ ਲਾਈਨ ਦਾ ਸਿੰਪਲੀ ਇਹ ਕੰਮ ਹੁੰਦਾ, ਬਹੁਤ ਜ਼ਿਆਦਾ ਔਖੀ ਲਿਖਣ ਦੀ ਲੋੜ ਨਹੀਂ, ਬਹੁਤ ਜ਼ਿਆਦਾ ਇਹਦੇ ਵਿੱਚ ਡਿਫੀਕਲਟ ਵਰਡ ਐਡ ਕਰਨ ਦੀ ਲੋੜ ਨਹੀਂ। ਮੇਨਲੀ ਸਿੰਪਲ ਲਿਖੋ ਕਿ ਤੁਸੀਂ ਕੀ ਕਰਨ ਜਾ ਰਹੇ ਹੋ ਐਸੇ ਦੇ ਵਿੱਚ, ਥੀਸਿਸ ਲਾਈਨ 'ਚੋਂ ਐਗਜ਼ਾਮੀਨਰ ਨੂੰ ਕਲੀਅਰ ਹੋ ਜਾਣਾ ਚਾਹੀਦਾ ਬਸ।
ਉਸ ਤੋਂ ਬਾਅਦ ਗੱਲ ਕਰੀਏ BP1 ਐਂਡ BP2 ਦੀ, ਉਹ ਤੁਹਾਨੂੰ ਦੱਸਤਾ ਕਿ ਬੇਸਿਕ ਲਾਈਨ, ਟਾਸਕ ਸਟੇਟਮੈਂਟ, ਐਕਸਪਲੇਨੇਸ਼ਨ, ਐਗਜ਼ਾਮਪਲ ਐਂਡ ਰਿਜ਼ਲਟ ਹੋਊਗਾ। ਇਹੀ BP2 ਦੇ ਵਿੱਚ ਹੋਊਗਾ, ਬਟ ਡਿਫਰੈਂਟ ਜਿਹੜੇ ਆਈਡੀਆਜ਼ ਹੋਣਗੇ, ਡਿਫਰੈਂਟ ਕਨੈਕਟਰਸ ਹੋਣਗੇ, ਲਿਖਣ ਦਾ ਵੇ ਵੱਖਰਾ ਹੋਊਗਾ, ਠੀਕ ਆ, ਤੇ ਕੰਪਲੈਕਸ ਸੈਂਟੈਂਸ ਵੱਖਰੇ ਹੋਣਗੇ, ਪੈਸਿਵ ਵੌਇਸ ਵੱਖਰੀ ਹੋਊਗੀ, ਕਨੈਕਟਰਸ ਵਗੈਰਾ ਸਾਰਾ ਕੁਛ ਜਿਹੜਾ ਵੱਖਰਾ ਹੋਊਗਾ, ਜੋ BP1 'ਚ ਹੋਊਗਾ BP2 'ਚ ਨਹੀਂ ਹੋਊਗਾ। ਤਾਂ ਉਸ ਤੋਂ ਬਾਅਦ ਐਟ ਦ ਐਂਡ ਗੱਲ ਕਰੀਏ ਕਨਕਲੂਜਨ 'ਤੇ, ਕਨਕਲੂਜਨ ਇਸ ਤਰੀਕੇ ਨਾਲ ਨਹੀਂ ਲਿਖਣਾ ਕਿ ਉਹਨੂੰ BP ਬਣਾ ਦਿਓ, ਠੀਕ ਆ, ਵੀ ਉਹ ਇੱਦਾਂ ਲੱਗੇ BP ਤੀਜਾ ਹੀ ਹੋ ਗਿਆ, ਇੱਦਾਂ ਨਹੀਂ ਕਨਕਲੂਜਨ ਲਿਖਣਾ। 2-4 ਲਾਈਨਸ ਦੇ ਵਿੱਚ ਲਿਖੋ, ਬਟ ਇਫੈਕਟਿਵ ਲਿਖੋ। ਜੋ ਤੁਸੀਂ ਐਸੇ 'ਚ ਲਿਖਿਆ ਕਨਕਲੂਜਨ ਦੇ ਵਿੱਚ ਉਹੀ ਹੀ ਹੋਣਾ ਚਾਹੀਦਾ ਵਾ, ਆਪਦੇ ਵੱਲੋਂ ਕੁਝ ਵੀ ਐਡ ਨਹੀਂ ਕਰਨਾ। ਤਾਂ ਇਹ ਹੋ ਗਈ ਆਪਣੀ ਐਸੇ ਦੀ ਗੱਲ, ਕੀ ਐਡ ਕਰਨਾ। ਹੁਣ ਆਪਾਂ ਸੈਂਪਲ ਆਨਸਰ 'ਤੇ ਚੱਲਦੇ ਹਾਂ। ਤੁਹਾਨੂੰ ਦੱਸਦੀ ਹਾਂ ਕਿ ਜਿਹੜੀਆਂ ਚੀਜ਼ਾਂ ਆਪਾਂ ਇੱਥੇ ਸ਼ੋਅ ਕੀਤੀਆਂ ਹੈਗੀਆਂ ਉਹ ਆਪਾਂ ਐਸੇ 'ਚ ਕਵਰ ਕੀਤੀਆਂ, ਅਤੇ ਕਿਸ ਤਰੀਕੇ ਨਾਲ ਜਿਹੜਾ 7 ਬੈਂਡ ਜਿਹੜਾ ਸੈਂਪਲ ਆਨਸਰ ਹੁੰਦਾ ਉਹ ਕਿੱਦਾਂ ਦਾ ਹੁੰਦਾ, ਠੀਕ ਆ। ਤਾਂ ਹੁਣ ਚੱਲਦੇ ਹਾਂ। ਤਾਂ ਆਪਣੇ ਕੋਲ ਕੀ ਸੀਗਾ, ਫਸਟ ਆਫ ਆਲ ਸਟੇਟਮੈਂਟ ਤਾਂ ਆਪਾਂ ਜਿਹੜੀ ਪੜ੍ਹ ਲਈ ਸੀ, ਇੱਕ ਵਾਰੀ ਤੁਸੀਂ ਦੇਖ ਲਓ, ਇੱਕ ਵਾਰ ਜਿਹੜੀ ਵੀਡੀਓ ਨੂੰ ਪੌਜ਼ ਕਰੋ, ਦੁਬਾਰਾ ਪੜ੍ਹ ਲਓ, ਠੀਕ ਆ। ਤਾਂ ਹੁਣ ਆਪਾਂ ਚੱਲਦੇ ਹਾਂ। ਆਪਾਂ ਨੂੰ ਇੱਥੇ ਇਹ ਸੀਗਾ ਨਾ ਕਿ ਜਿਹੜੇ ਹੈਲਥ ਐਕਸਪਰਟ ਬਲੀਵ ਕਰਦੇ ਆ, ਤਾਂ ਆਪਾਂ ਇੱਥੇ ਪੈਸਿਵ ਦੇ ਵਿੱਚ ਸੈਂਟੈਂਸ ਬਣਾਇਆ, ਠੀਕ ਆ। ਪੈਸਿਵ ਦੇ ਵਿੱਚ ਕਿੱਦਾਂ ਬਣਾਤਾ, ਇਟ ਇਜ਼ ਬਲੀਵਡ ਬਾਈ ਡਾਕਟਰ। ਜਦੋਂ ਸਿੰਪਲ ਸੈਂਟੈਂਸ ਤੁਸੀਂ ਇਹ ਲਿਖਦੇ ਆ ਕਿ ਲੋਕ ਇਹ ਵਿਸ਼ਵਾਸ ਕਰਦੇ ਆ, ਤਾਂ ਉਹ ਐਕਟਿਵ ਹੋ ਗਿਆ, ਠੀਕ ਆ, ਸਿੰਪਲ ਸੈਂਟੈਂਸ ਹੋ ਗਿਆ। ਜਦੋਂ ਤੁਸੀਂ ਉਸੇ ਨੂੰ ਪੈਸਿਵ 'ਚ ਕਰਦੇ ਆ, ਜਿਹੜਾ ਲੋਕਾਂ ਦੁਆਰਾ ਇਸ ਗੱਲ ਦਾ ਵਿਸ਼ਵਾਸ ਕੀਤਾ ਜਾਂਦਾ, ਠੀਕ ਆ, ਤਾਂ ਉਹ ਉਲਟ ਹੋ ਗਿਆ ਨਾ, ਤਾਂ ਉਹਦੇ ਕੇ ਉਹ ਪੈਸਿਵ ਬਣ ਗਿਆ, ਠੀਕ ਆ। ਤਾਂ ਤੁਸੀਂ ਜਦੋਂ ਆਪਣੀ ਇੰਟਰੋ ਬਣਾਉਣੀ ਹੈ 7+ ਕਿਵੇਂ ਲੈ ਕੇ ਜਾਣੀ ਹੈ, ਬਸ ਇਹਦਾ ਇਹੀ ਆ ਕਿ ਤੁਸੀਂ ਇੱਕ ਪੈਸਿਵ ਐਡ ਕਰ ਦਿਓ, ਇੱਕ ਜਿਹੜਾ ਤੁਸੀਂ ਕੀ ਕੰਪਲੈਕਸ ਐਡ ਕਰ ਦਿਓ, ਠੀਕ ਆ। ਤਾਂ ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਜੇ ਕਨੈਕਟਰ ਤੁਹਾਡਾ ਹੋ ਰਿਹਾ ਇੱਕ ਦਾ, ਠੀਕ ਆ, ਤੁਸੀਂ ਕਰ ਸਕਦੇ ਆ। ਤਾਂ ਉਹ ਤੋਂ ਬਾਅਦ ਜਿਹੜੀ ਤੁਸੀਂ ਵਕੈਬ ਤਾਂ ਕਰਨੀ ਹੈ, ਕਿਉਂਕਿ ਆਪਾਂ ਰੀਫਰੇਸ ਕਰਨੀ ਹੁੰਦੀ ਹੈ, ਅਤੇ ਵਰਡ ਜਿਹੜਾ ਹਰ ਇੱਕ ਵਰਡ ਦਾ ਆਪਾਂ ਨੂੰ ਮੀਨਿੰਗ ਪਤਾ ਹੋਵੇ, ਜਿਹੜਾ ਆਪਣੇ ਕੋਲ ਆ ਸੈਕਿੰਡ ਵਰਡ ਹੋਵੇ। ਜੇ ਤੁਹਾਡੇ ਕੋਲ ਨਹੀਂ ਵੀ ਹੈਗਾ ਹੈ ਨਾ, ਤੁਹਾਨੂੰ ਸਿਨੋਨਿਮਸ ਨਹੀਂ ਪਤਾ ਹੈਗਾ, ਤਾਂ ਤੁਸੀਂ ਇੱਕ ਅੱਧੇ ਦਾ ਛੁੱਟ ਵੀ ਸਕਦਾ, ਤਾਂ ਕੋਈ ਇਸ਼ੂ ਨਹੀਂ ਗਾ ਉਹਦੇ ਵਿੱਚ, ਠੀਕ ਆ। ਤਾਂ ਹੁਣ ਗੱਲ ਕਰੀਏ, ਇਟ ਇਜ਼ ਬਲੀਵਡ ਬਾਈ ਡਾਕਟਰਸ, ਠੀਕ ਆ, ਇਹ ਡਾਕਟਰਸ ਦੁਆਰਾ ਬਲੀਵ ਕੀਤਾ ਜਾਂਦਾ ਦੈਟ ਪੀਪਲ ਆਰ ਨਾਟ ਇੰਟਰਸਟਡ ਟੂ ਵਾਕ, ਠੀਕ ਆ। ਲੋਕ ਅੱਜ ਕੱਲ੍ਹ ਜਿਹੜੇ ਇੰਟਰਸਟਡ ਨਹੀਂ ਹੈਗੇ। ਆਪਾਂ ਜਿਹੜੀ ਸੈਂਟੈਂਸ ਟੂ ਸੈਂਟੈਂਸ ਚੇਂਜ ਕਰ ਰਹੇ ਹਾਂ, ਠੀਕ ਆ, ਮੀਨਿੰਗ ਸੇਮ ਹੋਊਗਾ, ਬਟ ਜਿਹੜਾ ਸਾਰਾ ਆਪਣਾ ਸੈਂਟੈਂਸ ਦਾ ਵੇ ਹੋਊਗਾ ਉਹ ਵੱਖਰਾ ਹੋਊਗਾ, ਠੀਕ ਆ। ਕਿ ਜਿਹੜੇ ਪੀਪਲ ਆ ਉਹ ਇੰਟਰਸਟਡ ਨਹੀਂ। ਉਦੋਂ ਬਾਅਦ ਆਪਾਂ ਈਵਨ 2 ਵਾਲਾ ਲਾਇਆ। ਈਵਨ 2 ਦਾ ਮਤਲਬ ਹੁੰਦਾ ਭਾਵੇਂ ਇਹ ਇੱਕ ਕੰਪਲੈਕਸ ਸਟਰਕਚਰ ਆ, ਠੀਕ ਹੈ, ਇੱਕ ਕੰਪਲੈਕਸ ਸੈਂਟੈਂਸ ਐਡ ਕਰਤਾ, ਇੱਕ ਪੈਸਿਵ ਐਡ ਕਰਤੀ। ਦੇਖੋ ਜਿਹੜੀ ਸਟੇਟਮੈਂਟ ਸਟਾਰਟਿੰਗ ਸੀਗੀ ਹੈ ਨਾ ਆਪਣੀ ਇੰਟਰੋ 'ਚ, ਤੁਸੀਂ ਪੈਸਿਵ ਐਡ ਕਰਤਾ, ਉਸ ਤੋਂ ਬਾਅਦ ਤੁਸੀਂ ਕੰਪਲੈਕਸ ਕਰ ਰਹੇ ਆ ਈਵਨ 2, ਠੀਕ ਆ। ਤਾਂ ਈਵਨ 2 ਤੋਂ ਬਾਅਦ ਕੀ ਤੁਸੀਂ ਲਿਖਿਆ, ਦੇ ਪੁੱਟ ਐਮਫੈਸਿਸ ਔਨ ਵਾਕਿੰਗ ਇਨ ਆਰਡਰ ਟੂ ਡੈਟਰ ਮੈਨੀ ਡਿਸੀਜ਼ਸ ਐਂਡ ਸਟੇ ਫਿਟ। ਤਾਂ ਅਗਲੀ ਆਪਾਂ ਲਾਈਨ ਦੇ ਵਿੱਚ ਕੀ ਲਿਖਤਾ ਕਿ ਜਿਹੜੇ ਭਾਵੇਂ ਜਿਹੜੇ ਉਹ ਇਹਦੇ ਉੱਤੇ ਕੀ ਜ਼ੋਰ ਪਾ ਰਹੇ ਇਸ ਗੱਲ ਦੇ ਕਿ ਜਿਹੜੀ ਵਾਕਿੰਗ ਆ ਉਹ ਇੱਕ ਵਧੀਆ ਵਾ ਕੀ ਕਰਨ ਲਈ, ਜਿਹੜੀਆਂ ਡਿਸੀਜ਼ਸ ਨੂੰ ਮਤਲਬ ਕਿ ਬਿਮਾਰੀਆਂ ਨੂੰ ਟੈਕਲ ਕਰਨ ਲਈ, ਅਤੇ ਇੱਕ ਜਿਹੜਾ ਸਟੇ ਫਿਟ ਰਹਿਣ ਲਈ, ਤੰਦਰੁਸਤ ਰਹਿਣ ਲਈ, ਠੀਕ ਆ। ਤਾਂ ਜਿਹੜਾ ਇਨ ਆਰਡਰ ਟੂ ਆਪਣੇ ਕੋਲੇ, ਠੀਕ ਆ, ਜਿਹੜਾ ਆਪਾਂ ਇਨ ਆਰਡਰ ਟੂ ਉਹ ਆਪਣੇ ਕੋਲੇ ਕੀ ਹੈਗਾ, ਕੰਪਲੈਕਸ ਸੈਂਟੈਂਸ ਹੈਗਾ। ਤਾਂ ਜੇ ਤੁਸੀਂ ਟਾਈਮ ਟੂ ਟਾਈਮ ਜਿਹੜਾ ਕੰਪਲੈਕਸ ਐਡ ਕਰ ਰਹੇ ਆ, ਤਾਂ ਤੁਹਾਡੀ ਜਿਹੜੀ ਰਾਈਟਿੰਗ ਇੰਨੀ ਜ਼ਿਆਦਾ ਸਟਰੋਂਗ ਹੋ ਜਾਂਦੀ ਆ ਕਿ ਉਹਦੇ ਵਿੱਚ ਰਿਕੁਆਇਰਮੈਂਟ ਘਟਣ ਦਾ ਤਾਂ ਕੋਈ ਜਿਹੜਾ ਮਤਲਬ ਹੀ ਨਹੀਂ ਰਹਿ ਜਾਂਦਾ, ਠੀਕ ਆ। ਤਾਂ ਤੁਹਾਡੇ ਬਹੁਤ ਵਧੀਆ ਸਕੋਰ ਆਉਣਗੇ ਰਾਈਟਿੰਗ ਦੇ ਵਿੱਚੋਂ। ਰਾਈਟਿੰਗ ਤੁਹਾਡੇ ਹੱਥ ਦੇ ਵਿੱਚ ਹੁੰਦੀ ਹੈ, ਤੁਸੀਂ ਵਧੀਆ ਸਕੋਰ ਕਰ ਸਕਦੇ ਆ। ਇਹ ਨਹੀਂ ਹੈਗਾ, ਮੈਂ ਬੜੇ ਜਿਹੜਾ ਸਟੂਡੈਂਟਸ ਤੋਂ ਸੁਣਦੀ ਆ ਕਿ ਕਈ ਵਾਰੀ ਨਾ ਐਗਜ਼ਾਮ ਦਿੰਦੇ ਆ ਤਾਂ ਰਾਈਟਿੰਗ ਵਿੱਚੋਂ ਹੀ ਲੈਕ ਕਰ ਰਹੇ ਹੁੰਦੇ ਹਨ, ਬਟ ਨਹੀਂ, ਤੁਸੀਂ ਰਾਈਟਿੰਗ ਨੂੰ ਬੜੇ ਈਜ਼ੀਲੀ ਜਿਹੜੇ ਇੰਪਰੂਵ ਕਰ ਸਕਦੇ ਆ। ਤਾਂ ਤੁਸੀਂ ਇਸ ਤਰੀਕੇ ਨਾਲ ਦੇਖੋ ਕੰਪਲੈਕਸ ਐਡ ਕਰੋ, ਠੀਕ ਆ। ਤਾਂ ਉਦੋਂ ਬਾਅਦ ਕੀ ਆ, ਹੁਣ ਆਪਣੇ ਕੋਲ ਜਿਹੜੀ ਆ ਇਹ ਹੋ ਗਈ ਰੀਫਰੇਸ, ਠੀਕ ਹੈ, ਡਿਸੀਜ਼ਸ ਐਂਡ ਸਟੇ ਫਿਟ ਤੱਕ ਆਪਣੀ ਜਿਹੜੀ ਰੀਫਰੇਸ ਹੋ ਗਈ। ਹੁਣ ਉਸ ਤੋਂ ਬਾਅਦ ਆਪਾਂ ਕੀ ਕਰਨੀ ਹੈ ਕਿ ਥੀਸਿਸ ਲਾਈਨ ਦੇਣੀ ਆ। ਤਾਂ ਥੀਸਿਸ ਲਾਈਨ ਤੋਂ ਮੇਨ ਮਤਲਬ ਕੀ ਆਪਣਾ ਕਿ ਆਪਾਂ ਜਾਂ ਤਾਂ ਇਹ ਦੱਸ ਦਈਏ ਕਿ BP1 ਦੇ ਵਿੱਚ ਮੈਂ ਕਿਹੜਾ ਆਈਡੀਆ ਦੱਸਣਾ, BP2 'ਚ ਕਿਹੜਾ ਆਈਡੀਆ ਦੱਸਣਾ, ਤੁਸੀਂ ਇਸ ਤਰੀਕੇ ਨਾਲ ਵੀ ਜਿਹੜੀ ਦੱਸ ਸਕਦੇ ਆ, ਠੀਕ ਆ। ਤੇ ਜਾਂ ਫਿਰ ਤੁਸੀਂ ਇਹ ਦੱਸ ਦਿਓ ਮੇਨਲੀ ਕਿ ਬਸ ਮੈਂ ਜਿਹੜੇ ਰੀਜ਼ਨ ਦੱਸੂਗਾ ਅਤੇ ਸੋਲਿਊਸ਼ਨ ਦੱਸੂਗਾ, ਤੁਸੀਂ ਇਹ ਵੀ ਕਰ ਸਕਦੇ ਆ, ਠੀਕ ਆ। ਹੁਣ ਇੱਥੇ ਆਪਾਂ ਕੀ ਕੀਤਾ, ਦਿਸ ਇਜ਼ ਮੇਨਲੀ ਹੈਪਨਿੰਗ। ਹੁਣ ਇਹ ਆਪਾਂ ਦੱਸ ਰਹੇ ਹਾਂ ਕਿ ਮੈਂ BP1 ਦੇ ਵਿੱਚ ਕੀ ਲਿਖਣਾ ਵਾ, ਠੀਕ ਹੈ। ਦਿਸ ਇਜ਼ ਮੇਨਲੀ ਹੈਪਨਿੰਗ ਡਿਊ ਟੂ ਐਡਵਾਂਸਮੈਂਟ ਆਫ ਟੈਕਨੋਲੋਜੀ। ਇਹ ਕਿਉਂ ਹੋ ਰਿਹਾ, ਲੋਕੀ ਵਾਕ ਵਿੱਚ ਕਿਉਂ ਇੰਟਰਸਟ ਨਹੀਂ ਕਰ ਰਹੇ ਹੈਗੇ, ਕਿਉਂਕਿ ਇਹ ਟੈਕਨੋਲੋਜੀ ਦੀ ਜਿਹੜੀ ਐਡਵਾਂਸਮੈਂਟ ਆ, ਠੀਕ ਆ। ਐਜ਼ ਵੈਲ ਐਜ਼ ਹੈਕਟਿਕ ਲਾਈਫ ਸਟਾਈਲ, ਠੀਕ ਆ, ਅਤੇ ਜਿਹੜਾ ਬਿਜ਼ੀ ਲਾਈਫ ਸਟਾਈਲ ਆਪਣੇ ਕੋਲ, ਇਸ ਕਰਕੇ 2 ਰੀਜ਼ਨ ਹੈਗੇ ਆ ਹੁਣ, ਹੈ ਨਾ। ਤਾਂ ਉਹ ਜਿਹੜੇ ਕਿ ਆਪਾਂ BP1 ਦੇ ਵਿੱਚ ਦੱਸ ਰਹੇ ਹਾਂ। ਉਦੋਂ ਬਾਅਦ ਕੀ, ਹਾਊ ਐਵਰ ਦਿਸ ਪ੍ਰੋਬਲਮ ਕੈਨ ਬੀ ਸੋਲਵਡ ਬਾਈ ਅਵੇਅਰਨੈਸ ਪ੍ਰੋਗਰਾਮ। ਤਾਂ ਉਸ ਤੋਂ ਬਾਅਦ ਆਪਾਂ ਇਹ ਵੀ ਦੱਸਦਾ ਕਿ ਮੈਂ ਜਿਹੜਾ BP2 ਦੇ ਵਿੱਚ ਸੋਲਿਊਸ਼ਨ ਦੇਣਾ, ਉਹ ਕਿਹੜਾ ਦੇਣਾ ਸੋਲਿਊਸ਼ਨ, ਤੁਸੀਂ ਇਹ ਦੇ ਰਹੇ ਆ ਅਵੇਅਰਨੈਸ ਪ੍ਰੋਗਰਾਮ ਵਾਲਾ, ਠੀਕ ਆ। ਕਿ ਗਵਰਨਮੈਂਟ ਨੂੰ ਜਿਹੜਾ ਕੀ ਚਾਹੀਦਾ, ਤੁਸੀਂ ਕੁਝ ਵੀ ਲੈ ਸਕਦੇ ਹੋ, ਗਵਰਨਮੈਂਟ ਅਵੇਅਰਨੈਸ ਕੈਂਪ, ਜੋ ਆਪਾਂ ਐਕਸਪਲੇਨ ਕਰਾਂਗੇ ਤੁਹਾਨੂੰ ਸੈਂਪਲ ਆਨਸਰ ਦੇ ਵਿੱਚ ਸ਼ੋ ਕਰੂੰਗੀ। ਤਾਂ ਇਸ ਤਰੀਕੇ ਨਾਲ ਜਿਹੜੀ ਤੁਸੀਂ ਇੰਟਰੋ ਬਣਾ ਦਿੱਤੀ, ਠੀਕ ਆ। ਇੰਟਰ 'ਚ ਤੁਸੀਂ ਦੋਨੋਂ ਦੱਸਤਾ ਕਿ BP1 ਐਂਡ BP2 ਦੇ ਵਿੱਚ ਮੈਂ ਕੀ ਲਿਖਣਾ ਹੈਗਾ। ਹੁਣ ਰਹੀ ਗੱਲ ਆਪਣੇ ਕੋਲ ਇਹ ਕਿ ਆਪਾਂ ਜਿਹੜੇ ਆਈਡੀਆਜ਼ ਹੈਗੇ ਆ BP1 ਦੇ ਵਿੱਚ ਉਹ 2 ਐਡ ਕਰਦੇ, ਇੱਕ ਤਾਂ ਐਡਵਾਂਸਮੈਂਟ ਆਫ ਟੈਕਨੋਲੋਜੀ, ਇੱਕ ਹੈਕਟਿਕ ਲਾਈਫ ਸਟਾਈਲ। ਅਤੇ ਬਟ ਤੁਹਾਡੇ ਕੋਲ ਜਿਹੜਾ ਮੈਂ ਤੁਹਾਨੂੰ ਸਟਰਕਚਰ ਸ਼ੋ ਕੀਤਾ ਉਹਦੇ ਵਿੱਚ ਤਾਂ ਤੁਸੀਂ ਇੱਕ ਹੀ ਫਿੱਟ ਕਰ ਸਕਦੇ। ਮੈਂ ਹਮੇਸ਼ਾ ਇਹ ਕਹਿੰਦੀ ਹੁੰਦੀ ਹਾਂ ਕਿ ਇੱਕ ਜਿਹੜਾ ਤੁਸੀਂ ਫਿੱਟ ਕਰੋਗੇ ਆਈਡੀਆ, ਉਹਨੂੰ ਚੰਗੀ ਤਰ੍ਹਾਂ ਐਲੈਬੋਰੇਟ ਕਰੋ, ਠੀਕ ਆ। ਜੇ ਤੁਸੀਂ 2 ਕਰ ਦਿੱਤੇ, ਉਹ ਮਿਕਸ ਹੋ ਗਏ, ਤੁਸੀਂ ਐਲੈਬੋਰੇਸ਼ਨ ਨਹੀਂ ਕੀਤੀ ਚੰਗੀ ਤਰ੍ਹਾਂ, ਤਾਂ ਉਹ ਕੋਈ ਵੀ ਉਹਦਾ ਮਤਲਬ ਕਿ ਆਪਾਂ ਨੂੰ ਜਿਹੜਾ
ਪੋਜ਼ੀਟਿਵ ਪੁਆਇੰਟ ਉਹਦਾ ਕੋਈ ਨਹੀਂ ਹੈਗਾ, ਠੀਕ ਆ। ਤਾਂ ਉਹ ਆਪਣਾ ਇੱਕ ਨੈਗੇਟਿਵ ਪੁਆਇੰਟ ਹੀ ਗਿਣਿਆ ਜਾਊ ਜਦੋਂ ਤੁਸੀਂ ਚੰਗੀ ਤਰ੍ਹਾਂ ਐਲੈਬੋਰੇਟ ਨਹੀਂ ਕੀਤਾ। ਤਾਂ ਇਹ ਤੁਹਾਨੂੰ ਮੈਂ ਦੱਸਣਾ ਹੈਗਾ, ਤੁਹਾਨੂੰ ਦੱਸਿਆ ਸੀਗਾ ਨਾ ਜਦੋਂ ਆਪਾਂ ਵੀਡੀਓ ਸਟਾਰਟ ਕੀਤੀ ਸੀਗੀ, ਤਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਤੁਹਾਨੂੰ ਜਿਹੜਾ ਇਨ ਐਡੀਸ਼ਨ ਐਂਡ ਅਪਾਰਟ ਫਰੋਮ ਦਿਸ ਦਾ ਜਿਹੜਾ ਯੂਜ਼ ਦੱਸੂਗੀ, ਤਾਂ ਉਹ ਤੁਹਾਨੂੰ ਦੱਸੂਗੀ ਕਿ ਕਿਵੇਂ ਤੁਸੀਂ ਐਕਸਪਲੇਨ ਵੀ ਚੰਗੀ ਤਰ੍ਹਾਂ ਕਰੋਗੇ, ਠੀਕ ਆ। ਇੱਕ ਪੁਆਇੰਟ ਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਨਾ, ਤੇ ਇੱਕ ਤੁਸੀਂ ਕਿਵੇਂ ਇਨ ਐਡੀਸ਼ਨ ਐਂਡ ਅਪਾਰਟ ਫਰੋਮ ਦਿਸ ਦਾ ਜਿਹੜਾ ਯੂਜ਼ ਕਰਕੇ ਤੁਸੀਂ ਕਿਵੇਂ ਦੂਸਰੇ ਸੈਂਟੈਂਸ ਨੂੰ ਮਤਲਬ 2 ਪੁਆਇੰਟ ਵੀ ਦੇ ਦੋਗੇ, ਐਲੈਬੋਰੇਟ ਵੀ ਚੰਗੀ ਤਰ੍ਹਾਂ ਕਰ ਦੋਗੇ, ਠੀਕ ਆ। ਤਾਂ ਉਸ ਤਰੀਕੇ ਨਾਲ ਤੁਹਾਨੂੰ ਦੱਸੂਗੀ। ਤਾਂ ਹੁਣ ਆਪਾਂ ਸਟਾਰਟ ਕਰਦੇ ਹਾਂ BP1, ਠੀਕ ਆ। ਤਾਂ BP1 ਵਿੱਚ ਕੀ ਆਪਣੇ ਕੋਲੇ ਇਨ ਟਰਮਸ ਆਫ ਰੀਜ਼ਨਿੰਗ, ਇਹ ਆਪਣੇ ਕੋਲੇ ਇੱਕ ਕਨੈਕਟਰ ਆ ਜਿਹੜੀ ਕਿ ਬੇਸਿਕ ਨੀਡ ਆ ਹਰ ਇੱਕ ਐਸੇ ਦੀ, ਠੀਕ ਆ। ਜਦੋਂ ਤੁਸੀਂ ਰਾਈਟਿੰਗ ਟਾਸਕ 1 ਲਿਖ ਰਹੇ ਹੋ ਔਰ ਤੁਸੀਂ ਰਾਈਟਿੰਗ ਟਾਸਕ 2 ਲਿਖ ਰਹੇ ਹੋ, ਤਾਂ ਉਹਦੇ ਲਈ ਕਨੈਕਟਰਸ ਜਿਹੜੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਕਨੈਕਟੀਵਿਟੀ ਲੈ ਕੇ ਆਉਂਦੇ। ਸਮ ਟਾਈਮ ਇੱਦਾਂ ਹੁੰਦਾ ਕਿ ਜਿਹੜੇ ਸਟੂਡੈਂਟ ਐਸੇ ਲਿਖਦੇ ਹੁੰਦੇ ਆ ਤਾਂ ਉਹ 'ਚ ਪਤਾ ਹੀ ਨਹੀਂ ਚੱਲਦਾ ਕਿ ਕਿੱਥੋਂ ਕੀ ਸਟਾਰਟ ਕੀਤਾ ਤੇ ਕਿੱਥੋਂ ਕੀ ਸਟਾਰਟ ਕੀਤਾ, ਠੀਕ ਆ। ਤਾਂ ਉਸ ਤਰੀਕੇ ਨਾਲ ਤੁਸੀਂ ਜਿਹੜੇ ਆਪਣੇ ਕਨੈਕਟਰਸ ਲਾਉਂਦੇ ਆ ਤਾਂ ਕਨੈਕਟੀਵਿਟੀ ਲੈ ਕੇ ਆਉਂਦੇ ਹੈਗੇ, ਤਾਂ ਤੁਹਾਡੇ ਵਧੀਆ ਲੁੱਕ ਦਿੰਦੇ ਹੈਗੇ ਆ ਐਸੇ ਨੂੰ, ਠੀਕ ਆ। ਤੇ ਇੱਕ ਕਾਫੀ ਇਹ ਵੀ ਹੋ ਜਾਂਦਾ ਕਿ ਐਗਜ਼ਾਮੀਨਰ ਨੂੰ ਇਹ ਹੁੰਦਾ ਕਿ ਹਰ ਇੱਕ ਕਨੈਕਟਰ ਦਾ ਸਹੀ ਯੂਜ਼ ਕੀਤਾ, ਤੁਹਾਨੂੰ ਪਤਾ ਵਾ ਵੀ ਕਨੈਕਟਰ ਤੁਸੀਂ ਕਾਹਦੇ ਲਈ ਯੂਜ਼ ਕਰ ਰਹੇ ਆ ਤੇ ਕਿੱਥੇ ਕਰ ਰਹੇ ਆ, ਠੀਕ ਆ, ਜਾਂ ਤੁਸੀਂ ਕਿੱਥੇ ਕਰ ਸਕਦੇ ਆ। ਬੇਸਿਕਲੀ ਆਇਲਸ ਦੇ ਟੈਸਟ ਦੇ ਵਿੱਚ ਉਹ ਤੁਹਾਡੀ ਜਸਟ ਨੌਲੇਜ ਚੈੱਕ ਕਰਦੇ ਆ, ਇਹ ਨਹੀਂ ਦੇਖਦੇ ਕਿ ਤੁਸੀਂ ਕਿੰਨੇ ਇੰਟੈਲੀਜੈਂਟ ਹੋ ਜਾਂ ਫਿਰ ਤੁਸੀਂ ਕੀ ਕਰ ਰਹੇ ਹੋ, ਹੈ ਨਾ। ਬਸ ਉਹਨਾਂ ਨੇ ਇਹ ਦੇਖਣਾ ਹੁੰਦਾ ਕਿੰਨੀ ਇਨਫੋਰਮੇਸ਼ਨ, ਕਿੰਨੀ ਨੌਲੇਜ ਤੁਹਾਡੇ ਕੋਲ ਹੈਗੀ ਹੈ, ਕਿੰਨਾ ਤੁਸੀਂ ਅੱਜ ਤਾਈਂ ਜਿਹੜੀ ਇੰਗਲਿਸ਼ ਲੈਂਗੁਏਜ ਆ ਉਹਦੇ ਬਾਰੇ ਸਿੱਖਿਆ ਹੈਗਾ, ਬਸ ਤੁਹਾਡਾ ਇਹਦਾ ਟੈਸਟ ਹੁੰਦਾ, ਠੀਕ ਆ। ਤਾਂ ਉਦੋਂ ਬਾਅਦ ਆਪਣੇ ਕੋਲ ਕੀ ਆ ਇਨ ਟਰਮ ਆਫ ਰੀਜ਼ਨਿੰਗ, ਵਨ ਆਫ ਮੈਨੀ ਕਾਊਜ਼ਜ਼ ਦੈਟ ਮੇਡ ਦਿਸ ਹੈਪਨ ਇਜ਼ ਦਾ ਇਨਹੈਂਸਮੈਂਟ ਆਫ ਟਰਾਂਸਪੋਰਟੇਸ਼ਨ, ਠੀਕ ਆ। ਤਾਂ ਹੁਣ ਆਪਣੇ ਕੋਲ ਕੀ ਆ, ਇਹ ਹੈਗੀ ਆ ਬੇਸਿਕ ਲਾਈਨ। ਦੇਖੋ ਕੀ ਸਟਰਕਚਰ ਆਪਣੇ ਕੋਲ BP1 ਦਾ, BP1 ਬੇਸਿਕ ਲਾਈਨ, ਟਾਸਕ ਸਟੇਟਮੈਂਟ, ਐਕਸਪਲੇਨੇਸ਼ਨ, ਐਗਜ਼ਾਮਪਲ ਐਂਡ ਰਿਜ਼ਲਟ, ਠੀਕ ਆ। ਤਾਂ ਇਹ ਆਪਣੇ ਕੋਲ ਜਿਹੜੀਆਂ 5 ਥਿੰਗਸ ਜਿਹੜੀਆਂ BP1 ਦੇ ਵਿੱਚ ਆਪਾਂ ਐਡ ਕਰਨੀਆਂ। ਤਾਂ ਦੇਖੋ ਆਪਣੇ ਕੋਲ ਕੀ ਆ, ਆਪਾਂ ਦੱਸਦਾ ਕਿ ਦਿਸ ਹੈਪਨ ਇਜ਼ ਦਾ ਇਨਹੈਂਸਮੈਂਟ ਆਫ ਟਰਾਂਸਪੋਰਟੇਸ਼ਨ, ਠੀਕ ਆ। ਜਿਹੜੀ ਟਰਾਂਸਪੋਰਟੇਸ਼ਨ ਦੇ ਵਿੱਚ ਜਿਹੜੀ ਕਿ ਮਤਲਬ ਕਿ ਹੋਈ ਆ ਇੰਪਰੂਵਮੈਂਟ ਹੋਈ ਆ ਉਹਦੇ ਕਰਕੇ ਆ, ਠੀਕ ਆ। ਇਹ ਤਾਂ ਤੁਹਾਡੀ ਹੋਗੀ ਬੇਸਿਕ ਲਾਈਨ। ਉਸ ਤੋਂ ਬਾਅਦ ਤੁਸੀਂ ਕੀ ਜਾਣੀ ਕਿ ਜਿਹੜੀ ਆਪਣੀ ਇੱਥੋਂ ਤੱਕ ਹੋਗੀ ਇਨ ਦਾ ਟਰਮ ਆਫ ਰੀਜ਼ਨਿੰਗ ਇੱਕ ਕਨੈਕਟਰ ਆ, ਵਨ ਆਫ ਮੈਨੀ ਕਾਊਜ਼ਰ ਮੇਡ ਦਿਸ ਹੈਪਨ, ਠੀਕ ਹੈ। ਜੇ ਤੁਸੀਂ ਹੈਪਨ ਤੱਕ ਲਿਖਿਆ ਤੇ ਉਹ ਤੁਹਾਡੀ ਜਿਹੜੀ ਬੇਸਿਕ ਲਾਈਨ ਦੇ ਵਿੱਚ ਐਡ ਹੋ ਜਾਊਗਾ, ਕਿਉਂਕਿ ਇੱਕ ਜਿਹੜਾ ਸਟੂਡੈਂਟ ਦਾ ਸੀਗਾ ਕਿ ਉਹਨਾਂ ਨੂੰ ਜਿਹੜਾ ਜਦੋਂ BP1 ਐਂਡ BP2 ਸਟਾਰਟ ਕਰਦੇ ਆ ਤਾਂ ਉਦੋਂ ਪ੍ਰੋਬਲਮ ਆਉਂਦੀ ਹੈ, ਠੀਕ ਆ। ਤਾਂ ਤੁਸੀਂ ਇਸ ਤਰੀਕੇ ਨਾਲ ਕੋਈ ਵੀ ਲਾਈਨ ਆਦੇ ਵੱਲੋਂ ਲਿਖ ਸਕਦੇ, ਇੱਕ ਬੇਸਿਕ ਲਾਈਨ ਕਹਿੰਦੇ ਇਹਨੂੰ, ਠੀਕ ਆ। ਤਾਂ ਵਨ ਆਫ ਮੈਨੀ ਕਾਊਜ਼ਜ਼ ਦੈਟ ਮੇਡ ਦਿਸ ਹੈਪਨ, ਤੁਸੀਂ ਕੋਈ ਵੀ ਜਿਹੜਾ ਤੁਹਾਡੇ ਕੋਲ ਜਿਹੜਾ ਆਪਣੇ ਕੋਲ ਰੀਜ਼ਨ ਸੋਲੂਸ਼ਨ ਐਸੇ ਆ ਰਿਹਾ, ਤੁਸੀਂ ਇਸ ਤਰੀਕੇ ਨਾਲ ਜਿਹੜੀ ਲਾਈਨ ਲਿਖ ਸਕਦੇ ਆ। ਉਦੋਂ ਬਾਅਦ ਤੁਸੀਂ ਟਾਸਕ ਸਟੇਟਮੈਂਟ ਦੇ ਦਿੱਤੀ ਕਿ ਜਿਹੜੀ ਟਰਾਂਸਪੋਰਟ ਦੀ ਜਿਹੜੀ ਇਨਹੈਂਸਮੈਂਟ ਆ ਉਹਦੇ ਕਰਕੇ ਆ, ਠੀਕ ਆ। ਇਹ ਹੋ ਗਈ ਆਪਣੀ ਟਾਸਕ ਸਟੇਟਮੈਂਟ। ਹੁਣ ਤੁਸੀਂ ਐਲੈਬੋਰੇਟ ਕਰਨਾ ਵੀ ਇਹ ਕਿੱਦਾਂ ਵਾ, ਇਹ ਰੀਜ਼ਨ ਕਿਵੇਂ ਆ, ਠੀਕ ਆ। ਉਸ ਤਰੀਕੇ ਨਾਲ ਤੁਸੀਂ ਕੀ ਕਰੋਗੇ, ਟੂ ਐਲੈਬੋਰੇਟ ਇਟ, ਇਹ ਤੁਸੀਂ ਜਿਹੜਾ ਕਨੈਕਟਰ ਯੂਜ਼ ਕੀਤਾ ਐਲੈਬੋਰੇਸ਼ਨ ਕਰਨ ਲਈ, ਠੀਕ ਆ। ਤਾਂ ਉਦੋਂ ਬਾਅਦ ਕੀ ਕੀਤਾ ਆਪਾਂ, ਇਨ ਦਿਸ ਡਿਜੀਟਲ ਐਰਾ, ਜਿਹੜਾ ਇਹ ਡਿਜੀਟਲ ਐਰਾ ਵਾ ਉਹਦੇ ਵਿੱਚ ਕੀ ਆ, ਪੀਪਲਸ ਫਸਟ ਪ੍ਰੈਫਰੈਂਸ ਇਜ਼ ਟੈਕਨੋਲੋਜੀ, ਲੋਕਾਂ ਦੀ ਪਹਿਲੀ ਪ੍ਰੈਫਰੈਂਸ ਕੀ ਆ, ਟੈਕਨੋਲੋਜੀ ਐਜ਼ ਕੰਪੇਅਰ ਟੂ ਹਾਰਡ ਫਿਜ਼ੀਕਲ ਵਰਕ, ਐਜ਼ ਕੰਪੇਅਰ ਟੂ ਜਿਹੜਾ ਆਪਣਾ ਇੱਕ ਕੰਪਲੈਕਸ ਸੈਂਟੈਂਸ ਹੈਗਾ, ਠੀਕ ਆ। ਐਜ਼ ਕੰਪੇਅਰ ਟੂ, ਕਿਉਂਕਿ ਆਪਾਂ ਜਿਹੜਾ ਕੰਪਲੈਕਸ ਸੈਂਟੈਂਸ ਐਡ ਕਰ ਰਹੇ ਹਾਂ ਇਸੇ ਦੇ ਵਿੱਚ, ਤਾਂ ਐਜ਼ ਕੰਪੇਅਰ ਟੂ ਆਪਣਾ ਜਿਹੜਾ ਹੈਗਾ ਉਹ ਇੱਕ ਕੰਪਲੈਕਸ ਸੈਂਟੈਂਸ ਦੇ ਵਿੱਚ ਗਿਣਿਆ ਜਾਂਦਾ। ਤਾਂ ਆਪਾਂ ਇੱਥੇ ਕੀ ਦੱਸਦਾ ਕਿ ਲੋਕਾਂ ਦੀ ਜਿਹੜੀ ਫਸਟ ਪ੍ਰੈਫਰੈਂਸ ਉਹ ਟੈਕਨੋਲੋਜੀ ਐਜ਼ ਕੰਪੇਅਰ ਟੂ ਹਾਰਡ ਫਿਜ਼ੀਕਲ ਵਰਕ, ਕਿਉਂਕਿ ਅੱਜ ਕੱਲ੍ਹ ਕੋਈ ਨਹੀਂ ਚਾਹੁੰਦਾ ਕਿ ਉਹ ਹਾਰਡ ਫਿਜ਼ੀਕਲ ਵਰਕ ਕਰਨ, ਉਹ ਇਹੀ ਚਾਹੁੰਦੇ ਆ ਕਿ ਸਾਨੂੰ ਆਰਾਮਦਾਇਕ ਕੰਫਰਟੇਬਲ ਜਿਹੜਾ ਟੈਕਨੋਲੋਜੀ ਦੇ ਨਾਲ ਹੈਲਪ ਮਿਲ ਜਾਵੇ, ਠੀਕ ਆ। ਤਾਂ ਇਹ ਹੋ ਗਈ ਆਪਣੀ ਐਲੈਬੋਰੇਸ਼ਨ। ਉਸ ਤੋਂ ਬਾਅਦ ਤੁਸੀਂ ਕੀ ਕਰ ਰਹੇ ਹੈਗੇ ਆ, ਹੁਣ ਐਲੈਬੋਰੇਸ਼ਨ ਇੱਥੇ ਥੋੜੀ ਕਿਉਂ ਕੀਤੀ ਆ, ਕਿਉਂਕਿ ਆਪਾਂ ਜਿਹੜਾ ਇੱਕ ਪੁਆਇੰਟ ਹੋਰ ਐਡ ਕਰ ਰਹੇ ਹਾਂ BP ਦੇ ਨਾਲ ਆਪਣਾ ਹੋ ਜੂ, ਬਟ ਤੁਸੀਂ ਜਿਹੜੀਆਂ ਆਪਾਂ ਬੇਸਿਕ ਲਾਈਨ, ਠੀਕ ਆ, ਟਾਸਕ ਸਟੇਟਮੈਂਟ, ਐਲੈਬੋਰੇਸ਼ਨ, ਐਗਜ਼ਾਮਪਲ ਐਂਡ ਰਿਜ਼ਲਟ ਤੱਕ ਤੁਸੀਂ ਪੂਰਾ ਐਕਸਪਲੇਨ ਕਰੋਗੇ, ਠੀਕ ਹੈ। ਇਹਦੇ ਵਿੱਚ ਤੁਸੀਂ ਇੱਕ ਵੀ ਪੁਆਇੰਟ ਸਕਿਪ ਨਹੀਂ ਕਰਨਾਗਾ, ਉਹ ਚਾਰੋਂ ਚੀਜ਼ਾਂ ਕਰਨੀਆਂ। ਜਿਹੜਾ ਆਪਣਾ ਸੈਕਿੰਡ ਪੁਆਇੰਟ ਹੋਊਗਾ ਉਹਨੂੰ ਤੁਸੀਂ ਇੱਕ ਡਿਫਰੈਂਟ ਕਨੈਕਟਰ ਇਨ ਐਡੀਸ਼ਨ ਅਪਾਰਟ ਫਰੋਮ ਦਾ ਯੂਜ਼ ਕਰਕੇ ਤੁਸੀਂ ਕਰੋਗੇ, ਠੀਕ ਹੈ, ਉਹ ਤੁਹਾਨੂੰ ਸ਼ੋ ਕਰੂੰਗੀ। ਤਾਂ ਆਪਣੇ ਕੋਲ ਕੀ ਆ, ਤੁਸੀਂ ਇਹ ਜਿਹੜੀ ਦੱਸ ਦਿੱਤਾ ਵੀ ਹਾਰਡ ਵਰਕ, ਲੋਕੀ ਟੈਕਨੋਲੋਜੀ ਨੂੰ ਪ੍ਰੈਫਰੈਂਸ ਦਿੰਦੇ, ਹਾਰਡ ਵਰਕ ਨਹੀਂ ਕਰਨਾ ਚਾਹੁੰਦੇ, ਇੰਨਾ ਕਿ ਤੁਸੀਂ ਐਲੈਬੋਰੇਸ਼ਨ ਕਰ ਦਿੱਤੀ। ਉਸ ਤੋਂ ਬਾਅਦ ਤੁਸੀਂ ਕੀ ਕਰ ਰਹੇ ਹੋ, ਫੋਰ ਇੰਸਟੈਂਸ, ਠੀਕ ਆ, ਐਗਜ਼ਾਮਪਲ ਦੇ ਲਈ ਤੁਸੀਂ ਇੱਕ ਕਨੈਕਟਰ ਲਾ ਰਹੇ ਆ। ਐਜ਼ ਪਰ ਅ ਸਰਵੇ, ਇੱਕ ਸਰਵੇ ਦੇ ਦੌਰਾਨ ਕੀ ਹੋਇਆ, ਕੰਡਕਟਡ ਬਾਏ ਵਰਲਡ ਹੈਲਥ ਆਰਗੇਨਾਈਜੇਸ਼ਨ, ਜਿਹੜਾ ਕਿ ਕੰਡਕਟਡ ਹੋਇਆ ਸੀਗਾ ਵਰਲਡ ਹੈਲਥ ਆਰਗੇਨਾਈਜੇਸ਼ਨ, ਇਹ ਪੈਸਿਵ ਫਾਰਮ ਦੇ ਵਿੱਚ ਬਣਾ ਦਿੱਤਾ, ਠੀਕ ਆ। ਜਿਹੜਾ ਐਜ਼ ਪਰ ਅ ਸਰਵੇ ਕੰਡਕਟਡ ਬਾਈ ਵਰਲਡ ਹੈਲਥ ਆਰਗੇਨਾਈਜੇਸ਼ਨ ਫਾਊਂਡ ਦੈਟ, ਇਹ ਇੱਕ ਪੈਸਿਵ ਸੈਂਟੈਂਸ ਹੋ ਗਿਆ ਆਪਣਾ, ਠੀਕ ਆ। ਤਾਂ ਪੈਸਿਵ ਦੇ ਵਿੱਚ ਜੇ ਕਿਸੇ ਸਟੂਡੈਂਟ ਨੂੰ ਪ੍ਰੋਬਲਮ ਆ ਰਹੀ ਹੈ ਤਾਂ ਚੈਨਲ 'ਤੇ ਜਿਹੜੀ ਵੀਡੀਓ ਚੈੱਕ ਕਰ ਸਕਦਾ ਤੁਸੀਂ, ਉਹ ਜਿਹੜੀ ਐਗਜ਼ਾਮਪਲ ਦੇ ਕੇ ਚੰਗੀ ਤਰ੍ਹਾਂ ਸਮਝਾਇਆ ਗਿਆ ਵਾ। ਤਾਂ ਆਪਣੇ ਕੋਲ ਕੀ ਆ, ਇਹ ਜਿਹੜਾ ਪੈਸਿਵ ਦੇ ਵਿੱਚ ਆਪਾਂ ਐਗਜ਼ਾਮਪਲ ਦੇ ਦਿੱਤੀ, ਜਦੋਂ ਵੀ ਤੁਸੀਂ ਐਸੇ ਲਿਖੋ ਬਸ ਇਹ ਟਰਾਈ ਕਰੋ ਕਿ ਜਿਹੜੀਆਂ ਦੋਨੋਂ ਐਗਜ਼ਾਮਪਲ ਦੇਣੀਆਂ ਉਹ ਤੁਸੀਂ ਪੈਸਿਵ ਦੇ ਵਿੱਚ ਦੇ ਦਿਓ, ਠੀਕ ਆ। ਜੇ ਤੁਸੀਂ ਕਿਤੇ ਹੋਰ ਨਹੀਂ ਪੈਸਿਵ ਐਡ ਕਰ ਸਕਦੇ, ਇੱਕ ਤੁਸੀਂ ਇੰਟਰੋ 'ਚ ਵੀ ਬੜੇ ਈਜ਼ੀਲੀ ਕਰ ਸਕਦੇ, ਕਿਉਂਕਿ ਹਰ ਇੱਕ ਸੈਂਟੈਂਸ ਇੱਦਾਂ ਹੀ ਸਟਾਰਟ ਹੁੰਦਾ ਹਨ, ਸਮ ਪੀਪਲ ਬਲੀਵ ਦੈਟ, ਤਾਂ ਤੁਸੀਂ ਇਹ ਲਿਖ ਸਕਦੇ ਇਟ ਇਜ਼ ਬਲੀਵਡ ਬਾਈ ਸਮ ਪੀਪਲ। ਤਾਂ ਇਸ ਤਰੀਕੇ ਨਾਲ ਪੈਸਿਵ ਐਡ ਕਰਨਾ।
ਤਾਂ ਉਦੋਂ ਬਾਅਦ ਕੀ ਆਪਣੇ ਕੋਲੇ ਆਰਗੇਨਾਈਜੇਸ਼ਨ ਫਾਊਂਡ ਦੈਟ 95% ਆਫ ਪ੍ਰੋਫੈਸ਼ਨਲਸ, ਜਿਹੜੇ 95% ਪ੍ਰੋਫੈਸ਼ਨਲ ਉਹ ਕੀ ਆ, ਨੋ ਦਾ ਅਪਸਾਈਡ ਆਫ ਐਕਸਰਸਾਈਜ਼ਿੰਗ, ਉਹ ਚੰਗੀ ਤਰ੍ਹਾਂ ਜਾਣਦੇ ਹੈਗੇ ਆ ਕਿ ਅਪਸਾਈਡ ਦਾ ਮਤਲਬ ਹੁੰਦਾ ਕਿ ਜਿੱਦਾਂ ਪੋਜ਼ੀਟਿਵ ਇਫੈਕਟ ਜਿਹੜੇ ਹੈਗੇ ਐਕਸਰਸਾਈਜ਼ ਦੇ, ਠੀਕ ਆ, ਸਪੈਸ਼ਲੀ ਵਾਕਿੰਗ, ਸਪੈਸ਼ਲੀ ਖਾਸ ਤੌਰ ਤੇ ਵਾਕਿੰਗ, ਠੀਕ ਆ, ਬਟ ਦੇ ਡੂ ਨਾਟ ਵਾਂਟ ਟੂ ਸੈਕਰੀਫਾਈਸ ਵੈਲਿਊਏਬਲ ਟਾਈਮ ਬਿਕੋਜ਼ ਆਫ ਡਿਪੈਂਡੈਂਸ ਔਨ ਟਰਾਂਸਪੋਰਟੇਸ਼ਨ, ਠੀਕ ਆ, ਪਰ ਉਹ ਫਿਰ ਵੀ ਨਹੀਂ ਚਾਹੁੰਦੇ ਕਿ ਉਹ ਜਿਹੜਾ ਆਪਣਾ ਵੈਲਿਊਏਬਲ ਹੈਗਾ ਟਾਈਮ ਉਹਨੂੰ ਜਿਹੜਾ ਸੈਕਰੀਫਾਈਸ ਕਰ ਦੇਣ, ਕਿਉਂਕਿ ਉਹਨਾਂ ਕੋਲ ਜਿਹੜੀ ਉਹ ਕਾਹਦੇ 'ਤੇ ਡਿਪੈਂਡ ਹੈਗੇ ਆ, ਟਰਾਂਸਪੋਰਟੇਸ਼ਨ 'ਤੇ ਡਿਪੈਂਡ ਹੈਗੇ ਆ। ਤਾਂ ਇਸ ਤਰੀਕੇ ਨਾਲ ਤੁਸੀਂ ਜਿਹੜੀ ਐਗਜ਼ਾਮਪਲ ਦੇ ਦਿੱਤੀ, ਠੀਕ ਆ। ਇਹ 'ਚ ਕੋਈ ਵੀ ਡਾਟਾ ਪਾ ਸਕਦੇ, ਤੁਸੀਂ 95 ਤੋਂ 85 ਵੀ ਲਿਖ ਸਕਦੇ, 80 ਵੀ ਲਿਖ ਸਕਦੇ ਹੋ, ਉਹ ਤੁਹਾਡੀ ਮਰਜ਼ੀ ਹੈ, ਠੀਕ ਆ। ਉਸ ਤੋਂ ਬਾਅਦ ਕੀ ਆਪਾਂ ਰਿਜ਼ਲਟ ਕੱਢਣਾ। ਹੁਣ ਰਿਜ਼ਲਟ ਕੀ ਹੈ, ਐਜ਼ ਅ ਰਿਜ਼ਲਟ ਇੱਕ ਕਨੈਕਟਰ ਯੂਜ਼ ਕੀਤਾ, ਕਨੈਕਟਰ ਤੋਂ ਬਾਅਦ ਤੁਸੀਂ ਕੋਮਾ ਯੂਜ਼ ਕੀਤਾ, ਠੀਕ ਆ। ਡਿਊ ਟੂ ਕੰਫਰਟ ਟਰੈਵਲ ਬਾਈ ਮੋਟਰ ਵਹੀਕਲਸ, ਠੀਕ ਆ, ਜਿਹੜਾ ਕੰਫਰਟੇਬਲ ਜਿਹੜਾ ਤੁਹਾਨੂੰ ਟਰੈਵਲ ਮਿਲਦਾ ਹੈਗਾ ਮੋਟਰ ਵਹੀਕਲਸ ਦੇ ਦੁਆਰਾ, ਪੀਪਲ ਅਵੋਇਡ ਵਾਕਿੰਗ, ਇਸ ਕਰਕੇ ਲੋਕ ਕੀ ਕਰਦੇ ਹੈਗੇ ਆ, ਵਾਕਿੰਗ ਨੂੰ ਅਵੋਇਡ ਕਰ ਦਿੰਦੇ ਆ। ਤਾਂ ਇਹ ਤੁਸੀਂ ਰਿਜ਼ਲਟ ਕੱਢ ਦਿੱਤਾ। ਇੱਥੋਂ ਤੱਕ ਤੁਹਾਡਾ ਜਿਹੜਾ BP1 ਸੀਗਾ ਉਹਦਾ ਕੰਪਲੀਟ ਹੋ ਗਿਆ। ਦੇਖੋ ਬੇਸਿਕ ਲਾਈਨ ਵੀ ਤੁਸੀਂ ਦੱਸੀ ਸੀ, ਟਾਸਕ ਸਟੇਟਮੈਂਟ ਵੀ ਦੱਸੀ ਸੀ, ਐਕਸਪਲੇਨੇਸ਼ਨ ਵੀ ਦੱਸੀ, ਐਗਜ਼ਾਮਪਲ ਵੀ ਐਂਡ ਰਿਜ਼ਲਟ ਵੀ। ਹੁਣ ਆਪਣਾ ਯੂਜ਼ ਤਾਂ ਰਹਿ ਗਿਆ ਇਸ ਦਾ, ਠੀਕ ਆ, ਵੀ ਇਨ ਐਡੀਸ਼ਨ ਐਂਡ ਅਪਾਰਟ ਫਰੋਮ ਦਿਸ। ਇਹ ਤੁਸੀਂ ਉੱਥੇ ਕਰਨਾ ਹੈਗਾ ਜਿੱਥੇ ਤੁਹਾਨੂੰ ਲੱਗਦਾ ਹੈਗਾ ਵੀ ਤੁਸੀਂ ਦੋ ਪੁਆਇੰਟਸ ਬਣਦੇ ਆ, ਸੋਲਿਡ ਪੁਆਇੰਟਸ ਹੈਗੇ ਆ ਤੁਹਾਡੇ ਕੋਲ, ਤੁਸੀਂ ਉਸ ਤਰੀਕੇ ਨਾਲ ਜੇ ਤੁਹਾਨੂੰ ਦੋ ਐਡ ਕਰਨੇ ਹੈਗੇ ਤਾਂ ਉਹ ਕਿੱਦਾਂ ਕਰ ਸਕਦੇ ਆ, ਉਹ ਤੁਸੀਂ ਇਸ ਤਰੀਕੇ ਨਾਲ ਕਰਨੇ, ਉਹ ਦੱਸਦੀ ਆ ਤੁਹਾਨੂੰ, ਠੀਕ ਆ। ਹੁਣ ਤੁਸੀਂ ਕਰਦਾ ਇਨ ਐਡੀਸ਼ਨ, ਠੀਕ ਆ, ਤੁਸੀਂ ਇੱਥੇ ਅਪਾਰਟ ਫਰੋਮ ਦਿਸ ਵੀ ਕਰ ਸਕਦੇ ਆ, ਤੁਸੀਂ ਇਨ ਐਡੀਸ਼ਨ ਕਨੈਕਟਰ ਲਾ ਦਿੱਤਾ। ਇਹ ਕਨੈਕਟਰ ਦੀ ਇਹ ਹੈਲਪ ਦੇ ਨਾਲ ਤੁਸੀਂ ਦੱਸ ਸਕਦੇ ਕਿ ਮੈਂ ਸੈਕਿੰਡ ਦੱਸ ਰਿਹਾ, ਠੀਕ ਆ, ਉਹ ਜਿਹੜਾ ਇੱਕ ਪੂਰਾ ਕਰ ਦਿੱਤਾ, ਹੁਣ ਦੂਸਰਾ ਦੱਸ ਰਿਹਾ। ਤਾਂ ਦੂਸਰੇ ਲਈ ਤੁਹਾਨੂੰ ਉਹ ਜਿਹੜੇ 4 ਜਿਹੜੇ ਆਪਣੇ ਕੋਲ ਹੈਗੇ ਆ ਪੁਆਇੰਟਸ, ਉਹ ਕਵਰ ਕਰਨ ਦੀ ਨਹੀਂ ਲੋੜ ਗੀ, ਤੁਸੀਂ ਸਿੰਪਲੀ ਲਿਖ ਸਕਦੇ ਆ ਇਨ ਐਡੀਸ਼ਨ ਹੈਕਟਿਕ ਲਾਈਫ ਸਟਾਈਲ। ਤੁਸੀਂ ਪਹਿਲਾਂ ਦੱਸਤਾ ਸੀਗਾ ਨਾ ਕਿ ਜਿਹੜਾ ਬਿਜ਼ੀ ਲਾਈਫ ਸਟਾਈਲ ਆ ਇੰਟਰੋ ਦੇ ਵਿੱਚ ਨਾ, ਉਹ ਵੀ ਜ਼ਿੰਮੇਵਾਰ ਹੈਗਾ। ਤੁਸੀਂ ਲਿਖਤਾ ਹੈਕਟਿਕ ਲਾਈਫ ਸਟਾਈਲ ਆਲਸੋ ਫੋਰਸ ਦੈਮ ਟੂ ਚੂਜ਼ ਟੈਕਨੋਲੋਜੀ ਇੰਸਟੈਡ ਆਫ ਡੂਇੰਗ ਵਰਕ ਬਾਈ ਹੈਂਡ। ਤਾਂ ਜਿਹੜਾ ਬਿਜ਼ੀ ਲਾਈਫ ਸਟਾਈਲ ਆ ਉਹਨਾਂ ਨੂੰ ਫੋਰਸ ਕਰਦਾ ਲੋਕਾਂ ਨੂੰ ਕਿ ਉਹ ਜਿਹੜਾ ਕਿ ਟੈਕਨੋਲੋਜੀ ਚੂਜ਼ ਕਰਨਾ ਇੰਸਟੈਡ ਆਫ ਡੂਇੰਗ ਵਰਕ ਬਾਈ ਹੈਂਡ, ਕਿਉਂਕਿ ਹੈਂਡ ਦੇ ਨਾਲ ਜਿਹੜਾ ਕੰਮ ਕਰਦੇ ਆ, ਹੱਥ ਵਾਲਾ ਕੰਮ ਕਰਦੇ, ਉਹ ਥੋੜ੍ਹਾ ਜਿਹਾ ਜ਼ਿਆਦਾ ਟਾਈਮ ਕੰਜ਼ਿਊਮਿੰਗ ਹੁੰਦਾ ਵਾ ਜਦੋਂ ਆਪਾਂ ਟੈਕਨੋਲੋਜੀ 'ਤੇ ਕਰਦੇ ਹਾਂ, ਠੀਕ ਹੈ। ਤਾਂ ਇਸ ਲਈ ਜਿਹੜਾ ਬਿਜ਼ੀ ਲਾਈਫ ਸਟਾਈਲ ਉਹ ਉਹਨਾਂ ਨੂੰ ਫੋਰਸ ਕਰ ਦਿੰਦਾ ਕਿ ਤੁਸੀਂ ਟੈਕਨੋਲੋਜੀ ਯੂਜ਼ ਕਰੋ ਇੰਸਟੈਡ ਆਫ ਡੂਇੰਗ ਵਰਕ ਬਾਈ ਹੈਂਡ, ਠੀਕ ਆ। ਤਾਂ ਜਿਹੜਾ ਇੰਸਟੈਡ ਆਪਣੇ ਕੋਲ ਹੈਗਾ ਇੰਸਟੈਡ ਆਫ, ਠੀਕ ਆ, ਤਾਂ ਇਹਦਾ ਕੀ ਹੁੰਦਾ ਵਾ, ਇਹਦਾ ਹੁੰਦਾ ਬਜਾਏ, ਠੀਕ ਆ, ਬਜਾਏ ਕਿ ਇਸ ਦੇ। ਤਾਂ ਇਹ ਵੀ ਇੱਕ ਜਿਹੜਾ ਆਪਣੇ ਕੋਲੇ ਕੰਪਲੈਕਸ ਸੈਂਟੈਂਸ ਹੈਗਾ, ਠੀਕ ਆ। ਤਾਂ ਇਹ ਵੀ ਕੰਪਲੈਕਸ, ਦੇਖੋ ਤੁਸੀਂ ਕਿੰਨੇ ਕੰਪਲੈਕਸ ਸੈਂਟੈਂਸ ਆਪਾਂ ਕਰ ਦਿੱਤੇ ਆ, ਠੀਕ ਆ। ਤਾਂ ਇਸ ਤਰੀਕੇ ਨਾਲ ਤੁਸੀਂ ਪੈਸਿਵ ਵੀ ਐਡ ਕਰ ਰਹੇ ਆ, ਕੰਪਲੈਕਸ ਵੀ ਐਡ ਕਰ ਰਹੇ, ਅਤੇ ਜਿਹੜਾ ਆਪਾਂ ਵਕੈਬ ਦਾ ਪਾਰਟ ਆ ਉਹ ਤੁਸੀਂ ਆਪ ਹੀ ਦੇਖ ਲਓ, ਆਪਾਂ ਵਾਰ-ਵਾਰ ਜਿਹੜਾ ਵਰਡ ਹੈਗੇ ਉਹ ਚੇਂਜ ਕਰ ਰਹੇ ਹਾਂ, ਠੀਕ ਆ। ਜਿੱਥੇ ਹੁਣ ਆਪਾਂ ਫਿਜ਼ੀਕਲ ਵਰਕ ਲਿਖਿਆ ਸੀਗਾ, ਇੱਥੇ ਦੇਖੋ ਹੁਣ ਆਪਾਂ ਫਿਜ਼ੀਕਲ ਵਰਕ ਲਿਖਿਆ ਸੀ, ਇੱਥੇ ਆਪਾਂ ਬਾਈ ਹੈਂਡ ਲਿਖ ਦਿੱਤਾ। ਤਾਂ ਇਸ ਤਰੀਕੇ ਨਾਲ ਤੁਸੀਂ ਥੋੜ੍ਹੀ ਜਿਹੜੀ ਕਰ ਰਹੇ ਹੈਗੇ ਆ ਆਪਣੀ ਜਿਹੜੀ ਤੁਸੀਂ ਥੋੜ੍ਹਾ ਚੇਂਜ ਕਰ ਰਹੇ ਹੈਗੇ ਉਸ ਦੇ ਤਰੀਕੇ ਨਾਲ, ਜਿਹੜਾ ਤੁਸੀਂ ਵਰਡ ਟੂ ਵਰਡ ਚੇਂਜ ਕਰ ਰਹੇ ਆ ਤਾਂ ਉਹਦੇ ਨਾਲ ਤੁਹਾਡਾ ਕੀ ਜਿਹੜੀ ਵਕੈਬ ਦਾ ਪਾਰਟ ਆਰਾਮ ਨਾਲ ਕਵਰ ਹੋ ਜਾਏ, ਠੀਕ ਆ। ਤਾਂ ਉਸ ਤੋਂ ਬਾਅਦ ਹੁਣ ਤੁਹਾਡੇ ਕੋਲ ਕੀ ਆ ਗਿਆ, ਆਪਾਂ ਇੰਟਰੋ ਦੇ ਵਿੱਚ ਦੱਸਿਆ ਸੀਗਾ, ਇੱਥੋਂ ਤੱਕ ਤਾਂ ਹੋ ਗਿਆ ਆਪਣਾ ਹੈਕਟਿਕ ਲਾਈਫ ਸਟਾਈਲ ਤੱਕ, ਜੋ ਆਪਾਂ ਥੀਸਿਸ ਲਾਈਨ ਦੇ ਵਿੱਚ ਦੱਸਿਆ ਸੀ। ਹੁਣ ਕੀ ਆ, ਹਾਊ ਵੇ ਦਿਸ ਪ੍ਰੋਬਲਮ ਕੈਨ ਬੀ ਸੋਲਵ ਬਾਈ ਅਵੇਅਰਨੈਸ ਪ੍ਰੋਗਰਾਮ। ਤਾਂ ਹੁਣ ਆਪਾਂ ਅਵੇਅਰਨੈਸ ਪ੍ਰੋਗਰਾਮ ਬਾਰੇ ਦੱਸਣਾ, ਸੋਲਿਊਸ਼ਨ ਦੱਸਣੇ ਆ। ਮਤਲਬ ਹੁਣ ਆਪਣੇ ਕੋਲ ਸੈਕਿੰਡ BP ਆ ਗਿਆ। ਦੇਖੋ ਹੁਣ ਬੇਸਿਕ ਲਾਈਨ ਚਾਹੀਦੀ ਹੈ ਨਾ, ਹਾਊ ਐਵਰ ਇੱਕ ਕਨੈਕਟਰ ਚਾਹੀਦਾ। ਪਹਿਲਾਂ ਤਾਂ ਕਨੈਕਟਰ ਨੂੰ ਤੁਸੀਂ ਕੋਮਾ ਕਰ ਦਿੱਤਾ। ਉਸ ਤੋਂ ਬਾਅਦ ਕੀ ਆ, ਸੋਸ਼ਲ ਮਾਈਂਡ ਸ਼ਿਫਟ ਐਂਡ ਗਵਰਨਮੈਂਟ ਇੰਟਰਵੈਂਸ਼ਨ ਕੈਨ ਪਲੇ ਅ ਪਿਟਲ ਰੋਲ ਟੂ ਮਿਨੀਮਾਈਜ਼ ਦਾ ਐਡਵਰਸ ਇਫੈਕਟ, ਠੀਕ ਆ। ਜਿਹੜਾ ਸੋਸ਼ਲ ਮਾਈਂਡ ਸ਼ਿਫਟ ਆ ਐਂਡ ਗਵਰਨਮੈਂਟ ਜਿਹੜੀ ਹੈਲਪ ਹੈਗੀ ਉਹ ਕੀ ਕਰ ਸਕਦੀ ਹੈਗੀ ਆ, ਇੱਕ ਚੰਗਾ ਰੋਲ, ਜ਼ਰੂਰੀ ਮਹੱਤਵਪੂਰਨ ਰੋਲ ਜਿਹੜਾ ਨਿਭਾਉਂਦੀ ਹੈਗੀ ਆ ਜਿਹੜੇ ਐਡਵਰਸ ਇਫੈਕਟ ਨੂੰ ਘੱਟ ਕਰਨ ਲਈ, ਠੀਕ ਆ। ਇਸ ਤਰੀਕੇ ਨਾਲ ਜਿਹੜੀ ਆਪਾਂ ਬੇਸਿਕ ਲਾਈਨ ਦੱਸੀ, ਤੁਸੀਂ ਬੇਸਿਕ ਲਾਈਨ ਕੋਈ ਵੀ ਦੱਸ ਸਕਦੇ, ਜਿੱਦਾਂ ਹੁਣ ਗਵਰਨਮੈਂਟ ਹੈਵ ਮੈਨੀ ਆਪਸ਼ਨਸ ਟੂ ਟੈਕਲ ਦਿਸ ਪ੍ਰੋਬਲਮ, ਕੋਈ ਵੀ ਜਿੱਦਾਂ ਤੁਹਾਨੂੰ ਈਜ਼ੀ ਲੱਗਦੀ ਹੈ ਤੁਸੀਂ ਕਰ ਸਕਦੇ ਆ। ਉਸ ਤੋਂ ਬਾਅਦ ਕੀ ਆਪਣੇ ਕੋਲ ਐਡਵਰਸ ਇਫੈਕਟ, ਆਪਣੇ ਕੋਲ ਜਿਹੜਾ ਇੱਕ ਵਕੈਬ ਦਾ ਵਰਡ ਹੈਗਾ, ਇਹਦਾ ਕੀ ਮਤਲਬ ਹੁੰਦਾ ਗਾ, ਜਦੋਂ ਆਪਾਂ ਕਹਿੰਦੇ ਨੈਗੇਟਿਵ ਇਫੈਕਟ, ਠੀਕ ਆ। ਇਸ ਤਰੀਕੇ ਨਾਲ ਹੁਣ ਆਪਣੇ ਕੋਲ ਇੱਕ ਕਨੈਕਟਰ ਹੋਰ ਆ ਗਿਆ ਜਦੋਂ ਆਪਾਂ ਟਾਸਕ ਸਟੇਟਮੈਂਟ ਸਟਾਰਟ ਕਰਨੀ ਆ। ਫਰਸਟਲੀ ਕਰਕੇ ਜਿਹੜਾ ਤੁਸੀਂ ਕੋਮਾ ਕਰ ਦਿੱਤਾ, ਠੀਕ ਆ। ਉਸ ਤੋਂ ਬਾਅਦ ਕੀ ਲਾਅ ਮੇਕਰ, ਹੁਣ ਗਵਰਨਮੈਂਟ ਇੱਥੇ ਤੁਸੀਂ ਯੂਜ਼ ਕਰ ਲਿਆ, ਹੁਣ ਤੁਸੀਂ ਜਿਹੜੇ ਵਕੈਬ ਦਾ ਵੀ ਧਿਆਨ ਰੱਖਣਾ ਨਾ, ਹੁਣ ਤੁਸੀਂ ਲਾਅ ਮੇਕਰ ਕਰ ਦਿਓ, ਠੀਕ ਆ। ਲਾਅ ਮੇਕਰ ਸ਼ੁੱਡ ਆਰਗੇਨਾਈਜ਼ ਅਵੇਅਰਨੈਸ ਕੈਂਪ, ਠੀਕ ਆ। ਜਿਹੜੇ ਲਾਅ ਮੇਕਰ ਨੂੰ ਕੀ ਚਾਹੀਦਾ ਕਿ ਉਹ ਜਿਹੜੇ ਆਰਗੇਨਾਈਜ਼ ਕੈਂਪ, ਜਿਹੜੇ ਅਵੇਅਰਨੈਸ ਕੈਂਪ ਆ ਉਹਨੂੰ ਆਰਗੇਨਾਈਜ਼ ਕਰੇ, ਠੀਕ ਆ। ਕਾਹਦੇ ਲਈ, ਟੂ ਸਪਰੈਡ ਅਵੇਅਰਨੈਸ ਅਮੰਗ ਸਿਟੀਜ਼ਨਸ, ਠੀਕ ਆ। ਸਿਟੀਜ਼ਨ ਹੁਣ ਆਪਾਂ ਇੱਥੇ ਪੀਪਲ ਵੀ ਕਹਿ ਸਕਦੇ, ਕਿਉਂਕਿ ਪੀਪਲ ਆਪਾਂ ਕਾਫੀ ਟਾਈਮ ਜਿਹੜਾ ਯੂਜ਼ ਕਰ ਲੈਂਦੇ ਹੁੰਦੇ ਐਸੇ ਦੇ ਵਿੱਚ, ਪੀਪਲ ਇੰਡੀਵਿਜੂਅਲ ਹੈ ਨਾ, ਤੇ ਆਪਾਂ ਹੁਣ ਇੱਥੇ ਸਿਟੀਜ਼ਨ ਕਰਦਾ ਕਿਉਂਕਿ ਗਵਰਨਮੈਂਟ ਨੇ ਕਰਨਾ, ਉਹ ਆਪਣੀ ਸਿਟੀਜ਼ਨ ਲਈ ਕਰ ਦੇਗੀ, ਠੀਕ ਆ। ਤਾਂ ਇਸ ਤਰੀਕੇ ਨਾਲ ਤੁਸੀਂ ਜਿਹੜਾ ਸਿਟੀਜ਼ਨਸ ਵਰਡ ਜਿਹੜਾ ਯੂਜ਼ ਕਰ ਸਕਦੇ ਆ। ਤਾਂ ਉਸ ਤੋਂ ਬਾਅਦ ਕੀ ਆਪਣੇ ਕੋਲੇ, ਟੂ ਐਕਸਪਲੇਨ ਇਟ, ਠੀਕ ਆ। ਹੁਣ ਆਪਾਂ ਐਲੈਬੋਰੇਸ਼ਨ ਕਰਨੀ ਹੈ ਕਿ ਅਵੇਅਰਨੈਸ ਕੈਂਪਸ ਕਿੱਦਾਂ ਹੈਲਪ ਕਰਨਗੇ, ਠੀਕ ਆ, ਉਹ ਵੀ ਦੱਸਣਾ ਹੈਗਾ। ਟੂ ਐਕਸਪਲੇਨ ਇਟ ਕੋਮਾ
ਨੌਲੇਜ ਅਬਾਊਟ ਦਾ ਬੈਨੀਫਿਟਸ ਆਫ ਵਾਕਿੰਗ, ਜੇ ਨੌਲੇਜ ਮਿਲਦੀ ਹੈਗੀ ਆ ਬੈਨੀਫਿਟਸ ਦੀ, ਜਿਹੜੇ ਵਾਕ ਦੇ ਬੈਨੀਫਿਟਸ ਹੈਗੇ ਆ, ਇਨਕਰਜ ਹਿਊਮਨ ਟੂ ਵਾਕ ਮੋਰ, ਉਹ ਲੋਕਾਂ ਨੂੰ ਇਨਕਰਜ ਕਰੂਗੀ ਕਿ ਉਹ ਵਾਕ ਕਰਨ, ਠੀਕ ਆ। ਇਸ ਤਰੀਕੇ ਨਾਲ ਅਵੇਅਰਨੈਸ ਜਿਹੜੇ ਕੈਂਪ ਹੈਗੇ ਆ, ਉਹ ਦੇਖੋ ਜਦੋਂ ਅਵੇਅਰਨੈਸ ਕੈਂਪ ਆਰਗੇਨਾਈਜ਼ ਕਰੂਗੀ ਗਵਰਨਮੈਂਟ ਹੈ ਨਾ, ਦੈਨ ਕੀ ਹੋਊਗਾ, ਲੋਕਾਂ ਨੂੰ ਨੌਲੇਜ ਮਿਲੂਗੀ। ਨੌਲੇਜ ਕੀ ਫੋਰਸ ਕਰੂਗੀ, ਜਦੋਂ ਉਹਨਾਂ ਨੂੰ ਪਤਾ ਲੱਗੂਗਾ ਵੀ ਆਹ ਪੋਜ਼ੀਟਿਵ ਇਫੈਕਟ ਆ, ਹੈ ਨਾ, ਜਦੋਂ ਆਪਾਂ ਨੂੰ ਕਿਸੇ ਚੀਜ਼ ਦਾ ਪਤਾ ਲੱਗਦਾ ਵੀ ਆਹ ਚੀਜ਼ ਆਪਣੇ ਲਈ ਫਾਇਦੇਮੰਦ ਹੈ ਤਾਂ ਆਪਾਂ ਟਰਾਈ ਕਰਦੇ ਹਾਂ ਕਿ ਆਪਾਂ ਉਹ ਕਰੀਏ, ਠੀਕ ਆ। ਤਾਂ ਇਸ ਤਰੀਕੇ ਨਾਲ ਆਪਾਂ ਜਿਹੜਾ ਇੱਥੇ ਐਕਸਪਲੇਨ ਕਰ ਦਿੱਤਾ। ਉਸ ਤੋਂ ਬਾਅਦ ਕੀ ਕਰਨਾ, ਹੁਣ ਆਪਾਂ ਫੋਰ ਐਗਜ਼ਾਮਪਲ, ਠੀਕ ਆ, ਐਗਜ਼ਾਮਪਲ ਦੇ ਦਿੱਤੀ ਜੀ, ਹੁਣ ਉਹ ਦੇਵਾਂਗੇ। ਅਕੋਰਡਿੰਗ ਟੂ ਸਟੱਡੀ ਨੌਲੇਜ ਪਲੇਜ਼ ਐਨ ਅਸੈਂਸ਼ੀਅਲ ਰੋਲ, ਠੀਕ ਹੈ। ਇੱਕ ਸਟੱਡੀ ਨੇ ਕੀ ਫਾਊਂਡ ਕੀਤਾ ਗਾ ਕਿ ਜਿਹੜੀ ਨੌਲੇਜ ਆ ਉਹ ਇੱਕ ਅਸੈਂਸ਼ੀਅਲ ਰੋਲ ਪਲੇ ਕਰਦੀ ਆ ਇਨ ਲਾਈਫ, ਠੀਕ ਹੈ, ਲਾਈਫ ਦੇ ਵਿੱਚ। ਕਿਉਂ ਪਲੇ ਕਰਦੀ ਹੈ ਇਹ ਆਪਾਂ ਦੱਸਣਾ ਹੈਗਾ, ਬਿਕੋਜ਼ ਦਿਸ ਇਜ਼ ਅ ਰੀਅਲੀ ਸਿੰਪਲ ਵੇ ਟੂ ਚੇਂਜ ਪੀਪਲਜ਼ ਨੈਗੇਟਿਵ ਮਾਈਂਡਸੈਟ, ਕਿਉਂਕਿ ਇੱਕ ਰੀਅਲੀ ਸਿੰਪਲ, ਬੜਾ ਸਿੰਪਲ ਤਰੀਕਾ ਹੈਗਾ ਕਿ ਜਿਹੜਾ ਲੋਕਾਂ ਦਾ ਨੈਗੇਟਿਵ ਮਾਈਂਡਸੈਟ ਆ ਉਹ ਚੇਂਜ ਕਰ ਦਿੰਦਾ। ਦੇਖੋ ਆਪਾਂ ਕਹਿੰਦੇ ਹੁੰਦੇ ਨੇ ਕਿ ਜੇ ਇੱਕ ਪੜ੍ਹਿਆ ਲਿਖਿਆ ਹੈ ਨਾ ਤੇ ਇੱਕ ਜਿਹੜਾ ਮਤਲਬ ਕਿ ਨਹੀਂ ਪੜ੍ਹਿਆ ਲਿਖਿਆ, ਉਹਨਾਂ ਵਿੱਚ ਕਾਫੀ ਸੋਚ ਵਿੱਚ ਫਰਕ ਹੁੰਦਾ। ਤਾਂ ਉਹ ਜਿਹੜੀ ਆਪਣੇ ਐਜੂਕੇਸ਼ਨ ਆ ਉਹ ਜਿਹੜੀ ਸੋਚ ਨੂੰ ਕਾਫੀ ਹੱਦ ਤੱਕ ਚੇਂਜ ਕਰ ਦਿੰਦੀ ਆ। ਤੇ ਇਸ ਲਈ ਆਪਾਂ ਜਿਹੜੀ ਐਗਜ਼ਾਮਪਲ ਦੇ ਦਿੱਤੀ ਕਿ ਇੱਕ ਸਟੱਡੀ ਨੇ ਵੀ ਪ੍ਰੂਵ ਕਰ ਦਿੱਤਾ। ਉਸ ਤੋਂ ਬਾਅਦ ਹੁਣ ਆਪਾਂ ਰਿਜ਼ਲਟ ਦੇਣਾ। ਰਿਜ਼ਲਟ ਲਈ ਕਨੈਕਟਰ ਯੂਜ਼ ਕੀਤਾ ਸੀ BP1 ਦੇ ਵਿੱਚ ਐਜ਼ ਅ ਰਿਜ਼ਲਟ, ਬਟ ਹੁਣ BP2 ਦੇ ਵਿੱਚ ਨਹੀਂ ਕਰ ਸਕਦੇ, ਤਾਂ ਇਸ ਲਈ ਆਪਾਂ ਕੀ ਇੱਕ ਨਵਾਂ ਕਨੈਕਟਰ ਯੂਜ਼ ਕੀਤਾ, ਹੈਂਸ। ਇਟ ਮੇ ਬੀ ਹੈਲਪਫੁਲ ਟੂ ਮੋਟੀਵੇਟ ਪੀਪਲ ਐਂਡ ਦੇ ਵਿਲ ਗਿਵ ਪ੍ਰੈਫਰੈਂਸ ਟੂ ਵਾਕਿੰਗ ਟੂ ਗੈਟ ਹੈਲਥੀ ਬੋਡੀ, ਠੀਕ ਆ। ਤਾਂ ਹੁਣ ਉਹ ਕੀ ਆਪਾਂ ਜਿਹੜਾ ਰਿਜ਼ਲਟ ਕਰਤਾ ਕਿ ਹੈਲਪਫੁਲ ਆ ਮੋਟੀਵੇਟ ਕਰਨ ਲਈ ਪੀਪਲ ਨੂੰ, ਐਂਡ ਉਹ ਕੀ ਕਰਨਗੇ, ਆਪਣੀ ਪ੍ਰੈਫਰੈਂਸ ਦੇਣਗੇ ਵਾਕਿੰਗ ਨੂੰ, ਕਾਹਦੇ ਲਈ, ਆਪਣੀ ਇੱਕ ਹੈਲਥੀ ਬੋਡੀ ਦੇ ਲਈ, ਠੀਕ ਆ। ਤਾਂ ਇਸ ਤਰੀਕੇ ਨਾਲ ਜਿਹੜਾ ਆਪਣਾ ਸੋਲਿਊਸ਼ਨ ਹੋ ਗਿਆ। ਹੁਣ ਦੇਖੋ ਆਪਣੀ ਜਿਹੜੀ ਇੰਟਰੋ ਹੋ ਗਈ ਸੀ ਉਹ ਵੀ ਆਪਾਂ ਰੀਫਰੇਜ਼ ਕੀ ਕੀਤੀ ਸੀ, ਸੈਂਟੈਂਸ ਟੂ ਸੈਂਟੈਂਸ ਕੀਤੀ ਸੀ। ਸੈਂਟੈਂਸ ਆਪਾਂ ਪੈਸਿਵ ਵੀ ਪਾਏ ਸੀ, ਆਪਾਂ ਜਿਹੜੇ ਦੂਸਰੇ ਕੰਪਲੈਕਸ ਸੈਂਟੈਂਸ ਵੀ ਪਾਏ ਸੀ। ਦੈਨ ਉਸ ਤੋਂ ਬਾਅਦ ਕੀ ਆਪਾਂ ਕੀਤਾ ਸੀਗਾ, ਕਨੈਕਟਰਸ ਵੀ ਐਡ ਕੀਤੇ ਸੀਗੇ। ਤਾਂ ਆਪਾਂ ਜਿਹੜਾ ਥੀਸੀ ਲਾਈਨ ਦੇ ਵਿੱਚ ਕੀ ਕੀਤਾ ਸੀਗਾ, ਚੰਗੀ ਤਰ੍ਹਾਂ ਦੱਸਤਾ ਸੀਗਾ ਕਿ ਮੈਂ ਕੀ ਕਰਨ ਜਾ ਰਿਹਾ ਐਸੇ ਦੇ ਵਿੱਚ, ਠੀਕ ਆ। ਇਹ ਹੋ ਗਈ ਆਪਣੀ ਇੰਟਰੋ। ਉਸ ਤੋਂ ਬਾਅਦ BP1 ਐਂਡ BP2 ਦੇ ਵਿੱਚ ਆਪਾਂ ਜਿਹੜੇ ਕਨੈਕਟਰ ਸੀਗੇ ਡਿਫਰੈਂਟ ਯੂਜ਼ ਕੀਤੇ ਆ ਦੋਨਾਂ ਵਿੱਚ, ਹੈ ਨਾ। ਤੇ ਉਸ ਤੋਂ ਬਾਅਦ ਕੀ ਆਪਾਂ ਕੀਤਾ, ਜਿਹੜਾ ਪੈਸਿਵ ਵੌਇਸ ਵੀ ਐਡ ਕੀਤੀ ਹੈ ਐਗਜ਼ਾਮਪਲ ਦੇ ਵਿੱਚ, ਤੇ ਆਪਾਂ ਜਿਹੜੇ ਸੈਂਟੈਂਸ ਕੰਪਲੈਕਸ ਸੈਂਟੈਂਸ ਸੀ ਉਹ ਵੀ ਕਾਫੀ ਐਡ ਕਰ ਦਿੱਤੇ ਵਿੱਚ ਦੋਨੋਂ BPs ਦੇ ਵਿੱਚ, ਹੈ ਨਾ। ਤੇ ਜਿਹੜੇ ਆਪਾਂ ਰਿਜ਼ਲਟ ਕੱਢਿਆ, ਉਸ ਤੋਂ ਬਾਅਦ ਜਿਹੜਾ ਆਪਾਂ ਇਨ ਐਡੀਸ਼ਨ ਅਪਾਰਟ ਫਰੋਮ ਜਿਹੜਾ ਤੁਹਾਨੂੰ ਦੱਸਿਆ ਸੀਗਾ ਯੂਜ਼, ਉਹਦਾ ਵੀ ਤੁਸੀਂ ਕਰਕੇ ਕਿਵੇਂ ਦੂਸਰਾ ਆਈਡੀਆ ਐਡ ਕਰ ਸਕਦੇ ਹਾਂ BPs ਦੇ ਵਿੱਚ, ਉਹ ਕਰੋ। ਬਟ ਮੇਰਾ ਹਮੇਸ਼ਾ ਇਹੀ ਸੁਜੈਸ਼ਨ ਹੁੰਦਾ ਕਿ ਤੁਸੀਂ ਜੇ ਇੱਕ ਹੀ ਐਡ ਕਰੋ ਤਾਂ ਜ਼ਿਆਦਾ ਵਧੀਆ, ਕਿਉਂਕਿ ਉਹ ਜ਼ਿਆਦਾ ਜਿਹੜਾ ਐਲੈਬੋਰੇਸ਼ਨ ਹੋ ਜਾਂਦਾ ਤਾਂ ਚੰਗੀ ਤਰ੍ਹਾਂ ਵਧੀਆ ਇਫੈਕਟਿਵ ਹੋ ਜਾਂਦਾ, ਠੀਕ ਆ। ਬਟ ਇਹ ਇੱਦਾਂ ਹੁੰਦਾ ਕਿ ਕਈ ਵਾਰੀ ਉਹ ਆਪਾਂ ਨੂੰ ਰੀਜ਼ਨਸ ਪੁੱਛ ਲੈਂਦੇ ਆ, ਜਦੋਂ ਰੀਜ਼ਨਸ ਕਹਿ ਦਿੱਤਾ ਹੈ ਨਾ ਤਾਂ ਉਹ ਐਸ ਲੱਗ ਗਈ, ਮਗਰ ਮਤਲਬ ਕਿ ਇੱਕ ਤੋਂ ਜ਼ਿਆਦਾ ਦੱਸਣੇ ਪੈਣੇ, ਤਾਂ ਉਦੋਂ ਤੁਸੀਂ ਅਪਾਰਟ ਫਰੋਮ ਐਂਡ ਇਨ ਐਡੀਸ਼ਨ ਵਾਲਾ ਯੂਜ਼ ਕਰ ਸਕਦੇ ਆ, ਠੀਕ ਆ। ਤੇ ਐਟ ਦਾ ਐਂਡ ਜਦੋਂ ਹੁਣ ਆਪਾਂ ਕਨਕਲੂਜਨ ਦੀ ਗੱਲ ਕਰਦੇ ਹਾਂ, ਠੀਕ ਆ। ਤਾਂ ਕਨਕਲੂਜਨ ਦੇ ਵਿੱਚ ਕੀ ਆਪਣੇ ਕੋਲੇ ਇੱਕ ਕੰਪਲੈਕਸ ਸੈਂਟੈਂਸ ਐਡ ਕਰ ਰਹੇ ਹਾਂ, ਟੂ ਕਨਕਲੂਡ ਇਟ, ਠੀਕ ਆ। ਤਾਂ ਕਨਕਲੂਡ ਕਰਨ ਦੇ ਲਈ ਕੀ ਕਰ ਦਿੱਤਾ ਆਪਾਂ, ਕੌਮਾ ਯੂਜ਼ ਕਰ ਦਿੱਤਾ। ਇਹ ਇੱਕ ਕਨੈਕਟਰ ਆ, ਕਨੈਕਟਰ ਤੁਸੀਂ ਹਰ ਜਗ੍ਹਾ ਤੇ ਯੂਜ਼ ਕਰਨਾ ਹੈਗਾ। ਇੰਟਰੋ ਦੇ ਵਿੱਚ ਵੀ ਕਰੋ, ਬਹੁਤ ਵਧੀਆ ਵਾ। ਕਨਕਲੂਜਨ ਦੇ ਵਿੱਚ ਵੀ ਇੱਕ ਕਰੋ, ਠੀਕ ਆ। ਤੁਸੀਂ BPs ਦੇ ਵਿੱਚ ਵੀ ਜਿਹੜੇ ਕਰਨੇ, ਹਰ ਇੱਕ ਜਦੋਂ ਤੁਸੀਂ ਨਵਾਂ ਪੁਆਇੰਟ ਸਟਾਰਟ ਕਰਦੇ, ਜਿਹੜੇ ਤੁਹਾਨੂੰ ਪੁਆਇੰਟ ਦੱਸੇ ਸਟਰਕਚਰ ਦੇ ਵਿੱਚ, ਤੁਸੀਂ ਉਹ ਫੋਲੋ ਕਰਨੇ ਆ। ਉਸ ਤੋਂ ਜਦੋਂ ਵੀ ਸਟਾਰਟ ਕਰੋ ਉਹਦੇ ਲਈ ਇੱਕ ਕਨੈਕਟਰ ਯੂਜ਼ ਕਰਨਾ, ਠੀਕ ਆ। ਆਲਦੋ ਟੈਕਨੋਲੋਜੀ ਐਡਵਾਂਸਮੈਂਟ ਐਂਡ ਬਿਜ਼ੀ ਲਾਈਫ ਸਟਾਈਲ, ਠੀਕ ਆ। ਇੱਕ ਟੈਕਨੋਲੋਜੀ ਐਡਵਾਂਸਮੈਂਟ ਦਾ ਪੁਆਇੰਟ ਦਿੱਤਾ ਸੀ, ਇੱਕ ਹੈਕਟਿਕ ਜਿਹੜਾ ਲਾਈਫ ਸਟਾਈਲ ਦਿੱਤਾ ਸੀ ਤਾਂ ਉਹ ਬਿਜ਼ੀ ਕਰ ਦਿੱਤਾ ਇੱਥੇ, ਠੀਕ ਆ। ਵਕੈਬ ਚੇਂਜ ਕੀਤੀ ਆ। ਆਰ ਮੇਨ ਰੀਜ਼ਨ ਆਫ ਡਿਕਲਾਈਨਿੰਗ ਵਾਕਿੰਗ ਇੰਟੈਂਸਿਟੀ, ਠੀਕ ਆ। ਇੰਟੈਂਸਿਟੀ ਦਾ ਮਤਲਬ ਹੁੰਦਾ ਤੀਬਰਤਾ, ਠੀਕ ਆ। ਜਿਹੜਾ ਵਾਕਿੰਗ ਦੀ ਤੀਬਰਤਾ ਨੂੰ ਘਟਾ ਰਿਹਾ ਵਾ ਉਹਦੇ ਮੇਨ ਰੀਜ਼ਨ ਕੀ ਹੈ, ਟੈਕਨੋਲੋਜੀ ਐਡਵਾਂਸਮੈਂਟ ਐਂਡ ਬਿਜ਼ੀ ਲਾਈਫ ਸਟਾਈਲ। ਇਹੀ ਰੀਜ਼ਨ ਦੱਸਿਆ ਸੀ ਨਾ ਤੁਸੀਂ ਕਨਕਲੂਜਨ ਉਹਦੇ ਵਿੱਚ BP1 ਦੇ ਵਿੱਚ, ਠੀਕ ਆ। ਅਮੰਗ ਇੰਡੀਵਿਜੂਅਲ, ਠੀਕ ਆ, ਲੋਕਾਂ ਦੇ ਵਿੱਚ। ਤਾਂ ਯੈਟ ਜਦੋਂ ਤੁਸੀਂ ਆਲ ਦੋ ਯੂਜ਼ ਕੀਤਾ ਉਹਦੇ ਨਾਲ ਤੁਸੀਂ ਯੈਟ ਯੂਜ਼ ਕਰੋਗੇ, ਠੀਕ ਆ। ਕੌਮਾ ਯੂਜ਼ ਕਰ ਸਕਦੇ ਹਾਂ, ਬਟ ਤੁਸੀਂ ਜਿਹੜਾ ਬਟ ਨਹੀਂ ਯੂਜ਼ ਕਰਨਾ। ਸਮਟਾਈਮ ਕੀ ਜਦੋਂ ਤੁਸੀਂ ਆਲ ਦੋ ਕਰ ਰਹੇ ਹਾਂ ਤਾਂ ਨਾਲ ਤੁਸੀਂ ਬਟ ਕਰਦੇ ਹਾਂ, ਬਟ ਨਹੀਂ, ਤੁਸੀਂ ਹਮੇਸ਼ਾ ਯੈਟ ਕਰਨਾ, ਠੀਕ ਆ। ਜਾਂ ਫਿਰ ਤੁਸੀਂ ਕੌਮਾ ਕਰਕੇ ਸਿੰਪਲੀ ਛੱਡ ਸਕਦੇ ਹਾਂ। ਯੈਟ ਵਿਦ ਦ ਹੈਲਪ ਆਫ ਅਵੇਅਰਨੈਸ ਕੈਂਪ, ਤੁਸੀਂ ਸੋਲਿਊਸ਼ਨ ਦੇ ਵਿੱਚ ਅਵੇਅਰਨੈਸ ਕੈਂਪ ਵਾਲਾ ਦੱਸਿਆ ਨਾ, ਉਹੀ ਕਨਕਲੂਜਨ ਦੇ ਵਿੱਚ ਲਿਖਣਾ। ਕਨਕਲੂਜਨ ਦੇ ਵਿੱਚ ਆਪਦੇ ਵੱਲੋਂ ਕੁਝ ਨਹੀਂ ਲਿਖਣਾ, ਠੀਕ ਆ। ਵਿਦ ਦ ਹੈਲਪ ਆਫ ਅਵੇਅਰਨੈਸ ਕੈਂਪਸ ਅਥਾਰਟੀ, ਪਹਿਲਾਂ ਗਵਰਨਮੈਂਟ ਕੀਤਾ ਫਿਰ ਲਾਅ ਮੇਕਰ ਕੀਤਾ, ਵਕੈਬ ਦਾ ਧਿਆਨ ਰੱਖਣਾ। ਹੁਣ ਕਨਕਲੂਜਨ ਦੇ ਵਿੱਚ ਕਰ ਰਹੇ ਤਾਂ ਅਥਾਰਟੀ ਤੁਸੀਂ ਕਰ ਦਿਓ, ਠੀਕ ਆ। ਅਥਾਰਟੀ ਕੈਨ ਟੈਕਲ ਵਿਦ ਦਿਸ ਪ੍ਰੋਬਲਮ, ਤਾਂ ਜਿਹੜੀ ਅਥਾਰਟੀ ਉਹ ਟੈਕਲ ਕਰ ਸਕਦੀ ਇਸ ਪ੍ਰੋਬਲਮ ਦੇ ਨਾਲ ਅਵੇਅਰਨੈਸ ਕੈਂਪਸ ਦੀ ਹੈਲਪ ਦੇ ਨਾਲ, ਠੀਕ ਆ। ਤਾਂ ਆਪਣੀ ਕੋਲ ਜਿਹੜੀ ਰਾਈਟਿੰਗ PDF ਹੈਗੀ ਆ ਉਹ ਜਿਹੜੀ ਹੈ ਅਵੇਲੇਬਲ ਹੈਗੀ ਆ। ਤੁਸੀਂ ਜੇ ਕੋਈ ਸਟੂਡੈਂਟ ਲੈਣਾ ਚਾਹੁੰਦਾ ਤਾਂ ਉਹਨੂੰ ਲੈ ਸਕਦਾ ਹੈਗਾ। ਤਾਂ ਉਹਦੇ ਵਿੱਚ ਕੀ ਹੋਊਗਾ, ਤੁਹਾਨੂੰ ਹਰ ਇੱਕ ਜਿਹੜੇ ਟਾਈਪ ਦੇ ਆਪਣੇ ਕੋਲ ਐਸੇ ਹੈਗੇ ਆ ਉਹਦੇ ਤੁਹਾਨੂੰ ਦੋ ਟਾਈਪ ਜਿਹੜੇ ਐਸੇ ਮਿਲਣਗੇ। ਤੁਸੀਂ ਦੋ ਵੇ ਨਾਲ ਕਿਵੇਂ ਇੱਕ ਐਸੇ ਨੂੰ ਜਿਹੜਾ ਆਰਗੇਨਾਈਜ਼ ਕਰ ਸਕਦੇ ਆ। ਤੇ ਉਹਦੇ ਵਿੱਚ ਤੁਹਾਨੂੰ ਰੀਸੈਂਟ ਜਿਹੜੇ ਐਗਜ਼ਾਮ ਦੇ ਵਿੱਚ ਆਏ ਗਏ ਆ ਉਹ ਜਿਹੜੇ ਐਸੇ ਦਿੱਤੇ ਗਏ ਹੋਣਗੇ। ਤੇ ਤੁਹਾਡੇ ਕੋਲ ਪੂਰਾ ਜਿਹੜਾ ਕੰਪਲੈਕਸ ਸਟਰਕਚਰ, ਪੈਸਿਵ ਵੌਇਸ, ਸਾਰਾ ਕੁਝ ਐਡ ਕਰਕੇ 7+ ਜਿਹੜਾ ਤੁਸੀਂ ਐਸੇ ਤੁਹਾਡੇ ਕੋਲ ਮਤਲਬ ਕਿ ਬਣਾ ਕੇ ਦਿੱਤਾ ਜਾਊਗਾ ਸੈਂਪਲ ਆਂਸਰ। ਤਾਂ ਇਹਦੇ ਨਾਲ ਤੁਹਾਡਾ ਇਹ ਹੈਲਪ ਹੁੰਦੀ ਹੈ ਕਿ ਜੋ ਤੁਸੀਂ ਇੱਕ 7+ ਐਸੇ ਜਿਹੜਾ ਪੜ੍ਹਦੇ ਹੈਗੇ ਆ ਡੇਲੀ ਬੇਸਿਸ ਤੇ, ਠੀਕ ਆ। ਤਾਂ ਉਹਦੇ ਨਾਲ ਤੁਸੀਂ ਵੇਖ ਕੇ ਹੀ ਹੈ ਨਾ 6.5 ਤੱਕ ਆਰਾਮ ਨਾਲ ਆਪਣੀ ਜਿਹੜੀ ਰਾਈਟਿੰਗ ਲਿਆ ਸਕਦੇ ਆ। ਤੇ ਉਸ ਤੋਂ ਬਾਅਦ ਕੀ ਆ,
ਉਹਦੇ ਵਿੱਚ ਤੁਹਾਨੂੰ ਮੋਰ ਦੈਨ 30 ਟਾਈਪਸ ਦੇ ਜਿਹੜੇ ਸੈਂਟੈਂਸ ਦੱਸੇ ਜਾਣਗੇ, ਜਿਹੜੇ ਤੁਹਾਡੇ ਕਿ ਟਾਸਕ 1 ਟਾਸਕ 2 ਐਂਡ ਸਪੀਕਿੰਗ ਦੇ ਵਿੱਚ ਐਡ ਹੋ ਸਕਣਗੇ, ਠੀਕ ਆ। ਤਾਂ ਰਾਈਟਿੰਗ ਲਈ ਤਾਂ ਮੇਨਲੀ ਜਿਹੜੇ 30 ਪਲੱਸ ਜਿਹੜੇ ਤੁਹਾਡੇ ਕੋਲ ਸੈਂਟੈਂਸ ਹੋਣਗੇ। ਜਦੋਂ ਇੰਨੀ ਸੈਂਟੈਂਸ ਵੇਰੀਏਸ਼ਨ ਆ ਜਾਵੇ ਤਾਂ ਫਿਰ ਇਹ ਨਹੀਂ ਹੁੰਦਾ ਗਾ ਕਿ ਆਪਾਂ ਨੂੰ ਕੋਈ ਵੀ ਤੁਹਾਨੂੰ ਸੈਂਟੈਂਸ ਫਾਰਮੇਸ਼ਨ 'ਚ ਕੋਈ ਪ੍ਰੋਬਲਮ ਨਹੀਂ ਆਊਗੀ, ਅਤੇ ਤੁਹਾਡੇ ਜਿਹੜੇ ਰਾਈਟਿੰਗ ਦੇ ਸਕੋਰ ਕਦੀ ਵੀ ਜਿਹੜੇ ਮਤਲਬ ਕਿ ਰਿਕੁਆਇਰਮੈਂਟ ਤੋਂ ਘਟਣਗੇ ਨਹੀਂ, ਕਿਉਂਕਿ ਇਹ ਹੁੰਦਾ ਹੈਗਾ ਜਦੋਂ ਤੁਸੀਂ ਸੈਂਟੈਂਸ ਵੇਰੀਏਸ਼ਨ ਐਡ ਕਰ ਰਹੇ ਹੋ, ਚਾਹੇ ਤੁਸੀਂ ਆਈਡੀਆਜ਼ ਨਹੀਂ ਇਫੈਕਟਿਵ ਲਿਖ ਰਹੇ ਹੈ ਨਾ, ਜਾਂ ਤੁਸੀਂ ਸੈਂਟੈਂਸ ਵੀ ਤੁਸੀਂ ਮਤਲਬ ਸਿੰਪਲ ਬਣਾ ਰਹੇ, ਬਟ ਤੁਸੀਂ ਇੱਕ ਵੇਰੀਏਸ਼ਨ ਐਡ ਕਰ ਰਹੇ ਆ ਹਰ ਇੱਕ ਸੈਂਟੈਂਸ ਦੇ ਵਿੱਚ, ਠੀਕ ਆ। ਤਾਂ ਉਸ ਤਰੀਕੇ ਨਾਲ ਤੁਹਾਡੇ ਜਿਹੜੇ ਸਕੋਰ ਜਿਹੜੇ ਹੈਗੇ ਆਰਾਮ ਨਾਲ ਵਧੀਆ ਆਉਂਦੇ ਹੈਗੇ ਆ। ਤਾਂ ਇਹੀ ਹੈਗਾ ਗਾ। ਤਾਂ ਅੱਜ ਦੀ ਆਪਣੀ ਆਈ ਹੋਪ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਇਨਫੋਰਮੇਟਿਵ ਹੋਊਗੀ। ਥੈਂਕਸ ਫॉर ਵਾਚਿੰਗ।